वाहिगुरु वाहिगुरु वाहिगुरु। गगन तमामा बजियो पर्यो निशान गाओ, खेत जो मांड्यो सुरमा अब जो जन को दाओ। सूरा सो पहचानिए जो लरे दीन के हित, पुरजा पुरजा खत्म रे कबहू ना छे खेत। आनंद गुणी निधान गुरु गरीब निवाज, गरीब निवाज, गरीब निवाज। जाको हरे रंग लगो इस जुग में, जाको हरे रंग लगो इस जुग में। जाको हरे रंग लगो इस जुग में, जाको हरे रंग लगो इस जुग में। सो कहियत है सूरा, सो कहियत है सूरा, सो कहियत है सूरा। जाको हरे रंग लगो इस जुग में, जाको हरे रंग लगो इस जुग में। जाको हरे रंग लगो इस जुग में, जाको हरे रंग लगो इस जुग में। सो कहियत है सूरा, सो कहियत है सूरा, सो कहियत है सूरा। जाको हरे रंग लगो इस जुग में, जाको हरे रंग लगो इस जुग में। जाको हरे रंग लगो इस जुग में, जाको
शरणी पावन नाम ते आवन सहज समावन संग सहज समावन संग सहज समावन संग जाको हरे रंग लागो इस जुग में 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 सो कहियत है सूरा सो कहियत है सूरा जाको हरे रंग लागो इस जुग में जाको हरे रंग लागो इस जुग में जन के चरण बसै मेरे हियरे संग पुनीता देही पुनीता देही जन के चरण बसै मेरे हियरे संग पुनीता देही जन की तोर देहो कृपा नित नानक के सुख नानक है सुख देही जन की तोर देहो कृपा नित नानक के सुख नानक के सुख नानक के सुख जाको हरे रंग लागो इस जुग में जाको हरे रंग लागो इस जुग में हरे रंग लागो इस जुग में जाको हरे रंग लागो इस जुग में सो कहियत है सूरा सो कहियत है सूरा जाको हरे रंग लागो इस जुग में 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 सतगुरु अर्जन देव पातशाह जी राग धनास ਦੇ ਵਿੱਚ ਉਚਾਰਨ ਕਰਦੇ ਨੇ जाको हर रंग लागो इस जुग में है सो कहियत है सूरा आत्म जिणे सगल वस ताकै जन का सतगुर पूरा जो सतगुरु पातशाह गुरु गोबिंद सिंह साहिब जी ਦੇ जो इतिहास ਦੇ ਵਿੱਚੋਂ जो कल अपनी लड़ी चल रही सी चमकौर साहब ਦੀ ਤੇ ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਉਤਾਰੇ ਹੁੰਦੇ ਨੇ
ਤੇ ਉੱਥੇ ਪਾਤਸ਼ਾਹ ਜੀ ਦੇ ਸਿੱਖ ਕੁਝ ਸਮਾਂ ਆਰਾਮ ਕਰਦੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਆਪ ਉਹਨਾਂ ਦੇ ਵਿੱਚ ਘੁੰਮ ਫਿਰ ਕੇ ਉਹਨਾਂ ਨੂੰ ਪਿਆਰ ਵੰਡਦੇ ਨੇ, ਬਖਸ਼ਿਸ਼ਾਂ ਵੰਡਦੇ ਨੇ। ਉੱਥੇ ਹੀ ਨਿਤਨੇਮ ਹੁੰਦਾ ਹੈ। ਤਾਂ ਪਾਤਸ਼ਾਹ ਕਹਿੰਦੇ ਨੇ, ਭਾਈ ਸੂਰਮਗਤੀ ਵੀ ਉਹੀ ਪ੍ਰਾਪਤ ਕਰ ਸਕਦਾ ਹੈ ਜਿਹਦੇ ਪੱਲੇ ਪ੍ਰਭੂ ਦਾ ਨਾਮ ਹੋਵੇ, ਜਿਹਨੂੰ ਪ੍ਰਭੂ ਦਾ ਰੰਗ ਚੜਿਆ ਹੋਵੇ। ਅਸਲੀ ਸੂਰਮਾ ਵੀ ਉਹੀ ਹੋ ਸਕਦਾ ਹੈ, ਉਹੀ ਕਿਸੇ ਲਈ ਕੁਰਬਾਨੀ ਕਰ ਸਕਦਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜਿੰਨਾ ਚਿਰ ਸਰੀਰ ਦਾ ਮੋਹ ਹੈ ਉਹਨਾਂ ਚਿਰ ਕੁਰਬਾਨ ਨਹੀਂ ਕੀਤਾ ਜਾ ਸਕਦਾ ਆਪਣਾ ਆਪਾ ਕਿਸੇ ਤੋਂ। ਸਰੀਰਕ ਮੋਹ ਛੱਡਣਾ ਪੈਂਦਾ ਹੈ ਤੇ ਇਹ ਛੁੱਟਦਾ ਉਦੋਂ ਹੀ ਹੈ ਜਦੋਂ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਮੈਂ ਸਰੀਰ ਨਹੀਂ ਹਾਂ, ਸਰੀਰ ਦੇ ਵਿੱਚ ਰਹਿਣ ਵਾਲੀ ਇੱਕ ਚੀਜ਼ ਹਾਂ ਤੇ ਸਮਾਂ ਪਾ ਕੇ ਇਸ ਸਰੀਰ ਵਿੱਚੋਂ ਨਿਕਲ ਜਾਣਾ ਹੈ। ਇਹ ਸਰੀਰ ਛੱਡਣਾ ਹੀ ਪੈਣਾ ਹੈ। ਜਦੋਂ ਇਸ ਗੱਲ ਦਾ ਇਲਮ ਹੁੰਦਾ ਹੈ ਉਦੋਂ ਪਾਤਸ਼ਾਹ ਕਹਿੰਦੇ ਫਿਰ ਕੁਰਬਾਨੀ ਹੁੰਦੀ ਹੈ। ਤੇ ਪ੍ਰਭੂ ਪਿਆਰੇ ਜਿਹੜੇ ਵੀ ਕੁਰਬਾਨ ਹੋਏ ਨੇ, ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਕੀਤੇ ਨੇ, ਉਹ ਸਿਮਰਨ ਭਜਨ ਬੰਦਗੀ ਵਾਲੀ ਸਨ। ਤੋ ਰਾਤ ਦਾ ਸਮਾਂ ਆਪ ਜੀ ਨੇ ਕੱਲ ਸਰਵਣ ਕੀਤਾ ਤੋਂ ਅੰਮ੍ਰਿਤ ਵੇਲਾ ਹੁੰਦਾ ਹੈ ਚਮਕੌਰ ਦੀ ਗੜੀ ਦੇ ਵਿੱਚ। ਤੋ ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਸਿੰਘ ਇਕੱਠੇ ਹੋਏ। ਇਕੱਠੇ ਹੋ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਇਬਾਦਤ ਵਿੱਚ ਜੁੜੇ, ਨਿਤਨੇਮ ਕੀਤਾ। ਉਦੋਂ ਬਾਅਦ ਪਤਾ ਹੈ ਹਮਲਾ ਹੋਣਾ ਹੈ, ਫੌਜ ਵੱਡੀ ਤਾਦਾਦ ਦੇ ਵਿੱਚ ਬਾਹਰ ਖੜੀ ਹੋਈ ਹੈ, ਘੇਰਾ ਕੱਤੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਮੋਰਚਾਬੰਦੀ ਕੀਤੀ ਹੈ। ਚਾਰ ਸਿੰਘ ਭਾਈ ਕੋਠਾ ਸਿੰਘ ਤੇ ਮਦਨ ਸਿੰਘ ਵਰਗਿਆਂ ਨੂੰ ਦਿੱਤੇ ਨੇ, ਜਿੱਥੇ ਬੜੀ ਦੇ ਦਰਵਾਜ਼ੇ ਤੇ ਪਹਿਰਾ ਦੇ ਰਹੇ ਨੇ। ਤੀਰ ਅੰਦਾਜ਼ ਉਹਨਾਂ ਨੂੰ ਦਿੱਤੇ ਹੋਏ ਨੇ। ਪਾਤਸ਼ਾਹ ਜੀ ਆਪ ਖੜੇ ਨੇ, ਹੋਰ ਪੰਜ ਸਿੰਘ ਦਾ ਜੱਥਾ ਦੇ ਕਰਕੇ, ਜੋ ਅਲੱਗ-ਅਲੱਗ ਥਾਵਾਂ ਤੇ ਗੁਰੂ ਪਾਤਸ਼ਾਹ ਨੇ ਸਿੰਘਾਂ ਦੀ ਡਿਊਟੀ ਲਾਈ ਹੈ। ਤੇ ਆਪ ਗੁਰੂ ਪਾਤਸ਼ਾਹ ਜੀ ਗੜੀ ਦੇ ਉੱਪਰ ਨੇ, ਮੁਆਇਨਾ ਕਰ ਰਹੇ ਨੇ ਸਾਰੇ ਕਾਸੇ ਦਾ। ਤੇ ਇਧਰ ਹੁਣ ਬਾਹਰ ਵਾਲੇ ਪਾਸੇ ਵਜ਼ੀਰ ਖਾਂ ਵਰਗੇ, ਦਲਸ਼ੇਰ ਖਾਂ ਵਰਗੇ, ਨਾਰ ਖਾਂ ਵਰਗੇ, ਅਨਵਰ ਖਾਂ ਵਰਗੇ, ਖਵਾਜਾ ਖਿਜਰ ਖਾਨ ਵਰਗੇ ਹੋਰ ਵੀ ਬੜੇ ਨੇ ਜਰਨੈਲ, ਜਿਹੜੇ ਆਪਣੀ ਆਪਣੀ ਫੌਜ ਲੈ ਕੇ ਜੋ ਪਹੁੰਚੇ ਹੋਏ ਨੇ। ਤੇ ਆਪਸ ਵਿੱਚ ਵਿਚਾਰਾਂ ਕੀ ਕਰਦੇ ਨੇ, ਕਹਿੰਦੇ ਛੋਟੀ ਜਿਹੀ ਗੜੀ, ਇਹਦੇ ਵਿੱਚ ਕਿੰਨੇ ਕੁ ਜਾਣੇ ਹੋਣਗੇ। ਇੱਕ ਗੜੀ ਦਾ ਹੋਰ ਪੱਖ ਰਹਿ ਗਿਆ। ਪਾਤਸ਼ਾਹ ਜੀ ਨੇ 3 ਜਣਿਆਂ ਨੂੰ ਜੋ ਉੱਥੇ ਜੋ ਜਕਾਰੇ ਲਾਉਣ ਤੇ ਵੀ ਰੱਖਿਆ ਹੈ, ਡਿਊਟੀ ਲਾਈ ਹੈ ਜਕਾਰਿਆਂ ਦੀ। 3 ਸਿੰਘਾਂ ਦੀ ਡਿਊਟੀ ਹੈ। ਵਾਰ ਕਰਾਈ ਇਹਨੂੰ ਕਹਿੰਦੇ ਨੇ, ਜੋ ਯੁੱਧ ਦੇ ਵਿੱਚ ਜਿਹੜਾ ਜਕਾਰਾ ਹੈ ਬੜੇ ਜੋਸ਼ ਦੇ ਨਾਲ ਗਜਾਉਂਦੇ ਨੇ। ਜਿਵੇਂ ਪਾਤਸ਼ਾਹ ਦੀ ਆਪਾਂ ਚੰਡੀ ਦੀ ਵਾਰ ਪੜ੍ਹੀਏ, ਉਹਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਕਹਿੰਦੇ ਢੋਲ ਸੰਖ ਨਗਾਰੇ ਵੱਜੇ, ਰਾਖਿਆਏ ਰੋਹ ਦੇ, ਜੋ ਮੂੰਹ ਜਾਣਨ ਨਾ ਭੱਜੇ, ਤੇ ਆਦਿਕ ਸ਼ਬਦ ਆਉਂਦੇ ਨੇ। ਜਦੋਂ ਵੀ ਯੁੱਧ ਲੜਦੇ ਨੇ ਸੂਰਮੇ, ਉਹਨਾਂ ਦੇ ਵਿੱਚ ਦੀ ਕੁਝ ਜੋ ਵਜਾਏ ਜਾਂਦੇ ਨੇ ਨਗਾਰੇ, ਦੁੰਦੁਬੀਆਂ ਵੱਜਦੀਆਂ ਨੇ, ਸ਼ੰਖ ਪੂਰੇ ਜਾਂਦੇ ਨੇ ਇਤਿਆਦਿਕ। ਕਹਿੰਦੇ ਜੋ ਇਸ ਤਰ੍ਹਾਂ ਜਕਾਰੇ ਵੀ ਉਹਨਾਂ ਦੇ ਅਲੱਗ ਨੇ, ਜੋਸ਼ ਭਰਨ ਦੇ ਲਈ ਅਲੱਗ-ਅਲੱਗ ਕੌਮਾਂ ਦੇ ਅਲੱਗ-ਅਲੱਗ ਜਕਾਰੇ ਨੇ। ਤੇ ਉਹ ਨਵਾਂ ਜੋਸ਼ ਭਰਦੇ ਨੇ ਜੋ ਆਪਣੇ ਸੂਰਮਿਆਂ ਦੇ ਵਿੱਚ। ਤੇ 3 ਜਣਿਆਂ ਦੀ ਡਿਊਟੀ ਪਾਤਸ਼ਾਹ ਨੇ ਇਹ ਲਾਈ ਹੈ। ਤੇ ਉਹ ਜਿਹੜਾ ਖਾਲਸੇ ਦਾ ਜੰਗੀ ਨਾਰਾ ਹੈ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ, ਉਹ ਗਜਾਉਂਦੇ ਨੇ ਬਾਰੀ ਸਿਰ। ਅਤੇ ਜੋ ਉਹਨਾਂ ਦਾ ਜਦੋਂ ਕੋਈ ਬੋਲੇ ਸੋ ਨਿਹਾਲ ਕਹਿੰਦਾ ਹੈ, ਸਾਰੇ ਜਾਣੇ ਨੱਚ ਕੇ ਉਹਦਾ ਜਵਾਬ ਦਿੰਦੇ ਨੇ। ਜਿਸ ਕਰਕੇ ਹੁਣ ਬੈਰੀ ਦਲ ਨੂੰ ਇੰਜ ਜਾਪਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਹੋਣਗੇ ਜੋ ਇਹਨਾਂ ਜਕਾਰੇ ਦਾ ਜਵਾਬ ਮਿਲਦਾ ਹੈ, ਇਹਨਾਂ ਰੋਹਦਾਰ ਜਕਾਰਾ ਹੈ।
ਜੋ ਕਾਫੀ ਗਿਣਤੀ ਦੇ ਵਿੱਚ ਅੰਦਰ ਸਿੰਘ ਹੋਣਗੇ। ਫਿਰ ਦੇਖਦੇ ਨੇ ਕਿ ਗੜੀ ਤਾਂ ਛੋਟੀ ਜੀ ਹੈ, ਗੜੀ ਤਾਂ ਛੋਟੀ ਜੀ ਹੈ, ਕਿੰਨੇ ਕੁ ਹੋਣਗੇ? ਕੋਈ 500-700 ਹੋਏਗਾ, ਹੋਰ ਕਿੰਨੇ ਕੁ ਆ ਜਾਣਗੇ? ਇਹਦੇ ਵਿੱਚ ਬਹੁਤੇ ਤਾਂ ਸਮਾ ਨਹੀਂ ਸਕਦੇ। ਫਿਰ ਵਜ਼ੀਰ ਖਾਂ ਵਰਗੇ, ਦਲਸ਼ੇਰ ਖਾਂ ਵਰਗੇ, ਨਾਰ ਖਾਂ ਵਰਗੇ ਆਪਣੇ ਸਿਪਾਹੀਆਂ ਨੂੰ ਤਜਵੀਜ਼ ਕਰਦੇ ਨੇ, ਕਹਿੰਦੇ ਭਾਈ ਜੋ ਤੁਸੀਂ ਕਿੱਡੀ ਵੱਡੀ ਗਿਣਤੀ ਦੇ ਵਿੱਚ ਹੋ, ਤੁਹਾਡੇ ਪਾਸ ਕਿੰਨੇ ਅਸਤਰ ਨੇ, ਸ਼ਸਤਰ ਨੇ, ਅਸਤਰ ਸ਼ਸਤਰ ਨੇ, ਜੋ ਕਿੰਨੇ ਨੇ? ਅਸਤਰ ਹੁੰਦਾ ਹੈ ਜਿਹੜਾ ਦੂਰੋਂ ਛੱਡਿਆ ਜਾਏ, ਗੋਲੀ ਬੰਦੂਕ ਦੀ, ਤੀਰ, ਇਹ ਦੂਰੋਂ ਛੱਡੇ ਜਾਂਦੇ ਨੇ, ਇਹਨਾਂ ਨੂੰ ਅਸਤਰ ਬੋਲਦੇ ਨੇ। ਸ਼ਸਤਰ ਹੈ, ਸ਼ਸਤਰ ਹੁੰਦਾ ਹੈ ਕਿਰਪਾਨ ਵਗੈਰਾ, ਛੁਰਾ ਵਗੈਰਾ। ਤੇ ਇੱਕ ਅਸਤਰ ਸ਼ਸਤਰ ਹੁੰਦਾ ਹੈ, ਅਸਤਰ ਸ਼ਸਤਰ ਨੂੰ ਦੂਰੋਂ ਸੁੱਟ ਕੇ ਵੀ ਚਲਾਇਆ ਜਾਂਦਾ ਹੈ ਤੇ ਹੱਥ ਵਿੱਚ ਫੜ ਕੇ ਵੀ ਉਹਦੇ ਨਾਲ ਲੜਿਆ ਜਾਂਦਾ ਹੈ। ਅਸਤਰ ਇੱਕ ਸ਼ਸਤਰ, ਇੱਕ ਅਸਤਰ ਸ਼ਸਤਰ ਜਿਵੇਂ ਨੇਜਾ ਹੋ ਗਿਆ, ਇਹਨੂੰ ਦੂਰੋਂ ਵਗਾ ਕੇ ਵੀ ਮਾਰਿਆ ਜਾਂਦਾ ਹੈ ਵੈਰੀ ਦੇ, ਅਤੇ ਹੱਥ ਵਿੱਚ ਫੜ ਕੇ ਵੀ ਇਹ ਲੜਿਆ ਜਾਂਦਾ ਹੈ। ਫਿਰ ਉਹਨਾਂ ਦੇ ਪਾਸ ਤੋਪਾਂ ਵੀ ਨੇ, ਬੜਾ ਕੁਝ ਹੈ। ਤੇ ਉਹਨਾਂ ਨੂੰ ਇਹ ਜਰਨੈਲ ਕਹਿੰਦੇ ਨੇ, ਭਾਈ ਤੁਹਾਡੇ ਕੋਲੇ ਕਿੰਨਾ ਕੁਝ ਹੈ, ਜੋ ਤੁਸੀਂ ਕਿੱਡੀ ਵੱਡੀ ਤਾਦਾਦ ਦੇ ਵਿੱਚ ਹੋ, ਜੇ ਇੱਕ ਇੱਕ ਮੁੱਠੀ ਭਰ ਕੇ ਮਿੱਟੀ ਦੀ ਇਸ ਗੜੀ ਦੇ ਉੱਪਰ ਸੁੱਟਦੇ ਹੋ ਸਾਰੇ ਜਾਣੇ, ਤਾਂ ਇਹ ਜਿਹੜੀ ਸਾਰੀ ਗੜੀ ਹੈ ਇਹ ਮਿੱਟੀ ਦੇ ਵਿੱਚ ਹੀ ਦਬ ਜਾਏਗੀ। ਜੇ ਤੁਸੀਂ ਇੱਕ ਇੱਕ ਚੁੰਡੀ ਭਰ ਕੇ ਇਸ ਮਿੱਟੀ ਦੀ, ਇਸ ਗੜੀ ਦੀ ਮਿੱਟੀ ਦੀ ਲੈ ਆਉਣ, ਤਾਂ ਸਾਰੇ ਜਣੇ ਇਸ ਗੜੀ ਨੂੰ ਉਂਝੇ ਹੀ ਚੁੰਡੀ ਦੇ ਨਾਲ ਹੀ ਉਠਾ ਕੇ ਲੈ ਜਾਓਗੇ। ਇੱਕ ਚੁੰਡੀ ਵੀ ਨਹੀਂ ਆਏਗੀ ਤੁਹਾਨੂੰ ਇਸ ਮਿੱਟੀ ਦੀ। ਤੁਸੀਂ ਡਰ ਕਿਉਂ ਰਹੇ ਹੋ? ਤੁਸੀਂ ਪਿੱਛੇ ਹੋ ਕੇ ਕਾਹਤੋਂ ਖੜੇ ਹੋ? ਇਕੱਠੇ ਹੋ ਕੇ ਹਮਲਾ ਕਰੋ। ਗੁਰੂ ਨੂੰ ਆਪਾਂ ਹੱਥੋਂ ਹੱਥੀ ਫੜ ਲੈਂਦੇ ਹਾਂ, ਪਰ ਪਹਿਲੇ ਜਾਣ ਦੇ ਲਈ ਕੋਈ ਵੀ ਰਾਜੀ ਨਹੀਂ ਹੋਇਆ। ਫਿਰ ਸਾਰਿਆਂ ਤੋਂ ਪਹਿਲਾਂ ਨਾਰ ਖਾਨ, ਜੋ ਉਹ ਹੁੰਦਾ ਹੈ ਮਲੇਰਕੋਟਲੀ ਦਾ ਭਰਾ ਹੈ, ਇਹ ਅੱਗੇ ਹੁੰਦਾ ਹੈ, ਕਹਿੰਦਾ ਮੈਂ ਜਾਣਾ। ਜੋ ਨਾਰ ਖਾਂ ਅੱਗੇ ਵਧਿਆ ਆਪਣੇ ਫੌਜੀ ਦਸਤੇ ਨੂੰ ਲੈ ਕੇ, ਜੋ ਪੌੜੀ ਲਾ ਕੇ ਇਹ ਜੋ ਚਮਕੌਰ ਦੀ ਗੜੀ ਦੇ ਉੱਪਰ ਚੜ੍ਹਨਾ ਚਾਹ ਰਿਹਾ ਹੈ, ਇਹ ਕਹਿੰਦਾ ਮੈਂ ਪੌੜੀ ਲਾ ਕੇ ਉੱਪਰ ਚੜ੍ਹਦਾ ਤੇ ਅੰਦਰ ਵੜ ਕੇ ਦਰਵਾਜ਼ਾ ਖੋਲ ਦਿਆਂਗਾ ਤੇ ਤੁਸੀਂ ਜੋ ਸੈਨਾ ਸਮੇਤ ਪਿੱਛੇ ਆ ਕੇ ਤੇ ਗੁਰੂ ਨੂੰ ਹੱਥੋਂ ਹੱਥੀ ਫੜ ਲਿਓ। ਇਹਨੇ ਕਹਿੰਦੇ ਪੌੜੀ ਲਾਈ ਤੇ ਸਤਿਗੁਰੂ ਪਾਤਸ਼ਾਹ ਜੀ ਜੋ ਗੜੀ ਦੇ ਉੱਪਰ ਵਿਰਾਜਮਾਨ ਨੇ, ਤੋਂ ਇੱਕ ਮੁੰਡੀ ਦੀ ਕੋਟ ਲੈ ਕੇ ਪਾਤਸ਼ਾਹ ਖੜੇ ਨੇ, ਤੇ ਜਦੋਂ ਇਹ ਪੌੜੀ ਲਾ ਕੇ ਉੱਪਰ ਚੜ੍ਹਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਜੋ ਇਹਨੂੰ ਨਿਸ਼ਾਨਾ ਲਾ ਕਰਕੇ ਤੀਰ ਛੱਡਦੇ ਨੇ, ਤੇ ਉਹ ਤੀਰ ਜਿਹੜਾ ਹੈ ਇਹਦੇ ਮੂੰਹ ਵਿੱਚ ਵੱਜਦਾ ਹੈ। ਉਹ ਤੀਰ ਨਾਰਕਾਂ ਦੇ ਮੂੰਹ ਵਿੱਚ ਵੱਜਿਆ, ਤਾਂ ਕਹਿੰਦੇ ਉਹ ਤੀਰ ਦੇ ਨਾਲ ਇਹ ਜੋ ਪੌੜੀ ਸਣੇ 20 ਫੁੱਟ ਪਿੱਛੇ ਜਾ ਕੇ ਡਿੱਗਦਾ ਹੈ ਤੇ ਇਹਦੀ ਮੌਤ ਹੋ ਜਾਂਦੀ ਹੈ। ਨਾਰਖਾ ਮਾਰਿਆ ਗਿਆ। ਜਿਹੜੇ ਇਹਦੇ ਫੌਜੀ ਸਿਪਾਹੀ ਪਿੱਛੇ ਪਿੱਛੇ ਆ ਰਹੇ ਸੀ, ਤਾਂ ਗੁਰੂ ਕੇ ਸਿੱਖਾਂ ਨੇ ਅਜਿਹੀ ਤੀਰਾਂ ਦੀ ਵਿਛਾੜ ਕੀਤੀ ਕਿ ਉਹ ਵੀ ਥਾਂ ਚਿੱਤ ਕਰ ਦਿੱਤੇ। ਜਿਹੜਾ ਬੜਾ ਸੌਖਾ ਜਿਹਾ ਸਮਝਦੇ ਸਨ ਕਿ ਗੁਰੂ ਗੋਬਿੰਦ ਸਿੰਘ ਨੂੰ ਤਾਂ ਹੁਣ ਫੜ ਲੈਂਦੇ ਆ, ਪੌੜੀ ਲਾ ਕੇ ਤਾਂ ਚੜਾਂਗੇ, ਦਰਵਾਜ਼ਾ ਖੋਲ ਦਿਆਂਗੇ, ਸਿੱਖਾਂ ਨੂੰ ਗੁਰੂ ਸਮੇਤ ਫੜ ਲਾਂਗੇ। ਇਹ ਜੋ ਇਹਨਾਂ ਦਾ ਜਿਹੜਾ ਭਰਮ ਸੀ ਉਹ ਹੁਣ ਨਿਕਲ ਗਿਆ। ਇਹ ਵਹਿਮ ਕੱਢ ਦਿੱਤਾ ਪਾਤਸ਼ਾਹ ਨੇ। ਹੁਣ 20 ਫੁੱਟ ਪਿੱਛੇ ਅੜ ਗਿਆ, ਥਾਂ ਮੌਤ ਹੋ ਜਾਂਦੀ ਹੈ, ਸਿਪਾਹੀ ਮਾਰੇ ਜਾਂਦੇ ਨੇ, ਤੇ ਜਿਹੜੀ ਇਹਨਾਂ ਦੀ ਫੌਜ ਹੈ ਥੋੜੀ ਜਿਹੀ ਹੋਰ ਪਿੱਛੇ ਨੂੰ ਹਟ ਜਾਂਦੀ ਹੈ। ਹੋਰ ਦਿਲ ਬਹਿ ਗਿਆ ਹੈ ਮਨ ਵਿੱਚ। ਕੁਝ ਅਜਿਹਾ ਵੀ ਨਹੀਂ, ਉਹ ਸਮਝਦੇ ਮਨ ਵਿੱਚ ਕਿ ਇਹਨਾਂ ਦੇ ਗੁਰੂ ਦੇ ਵਿੱਚ ਤੋਂ ਬੜੀ ਅਜਮਤ ਹੈ, ਕਰਾਮਾਤੀ ਹੈ, ਉਹ ਜਾਦੂ ਮੰਤਰ ਵੀ ਚਲਾ ਸਕਦਾ ਹੈ। ਇਹ ਵੀ ਦਹਿਲ ਇਹਨਾਂ ਦੇ ਹਿਰਦੇ ਵਿੱਚ ਹੈ। ਹੁਣ ਅੱਗੇ ਵਧਣ ਲਈ ਕੋਈ ਤਿਆਰ ਨਹੀਂ ਹੈ। ਤਕਰੀਰਾਂ ਆਪਣੇ ਆਪਣੇ ਸਿਪਾਹੀਆਂ ਨੂੰ ਕਰ ਰਹੇ ਨੇ ਤੇ ਸਿਪਾਹੀ ਹੋਰ ਪਿੱਛੇ ਨੂੰ ਹਟ ਰਹੇ ਨੇ। ਤੇ ਦੂਜੀ ਵਾਰ ਫਿਰ ਹਮਲਾ ਦਲਸ਼ੇਰ ਖਾਂ ਕਰਦਾ ਹੈ। ਦਲਸ਼ੇਰ ਖਾਂ ਵੀ ਉਸੇ ਤਰ੍ਹਾਂ ਹੀ ਹਮਲਾ ਕਰਦਾ ਹੈ, ਵੱਡੀ ਤਾਦਾਦ ਵਿੱਚ ਫੌਜ ਲੈ ਕੇ ਜੋ ਆਉਂਦਾ ਹੈ। ਇਹਦਾ ਗੜੀ ਤੇ ਚੜ੍ਹ ਕੇ ਜੋ ਹੁਣ ਗੁਰੂ ਨੂੰ ਥਾਂ ਹੀ ਮਾਰ ਦਿਆਂਗਾ। ਉਹਨੇ ਜੋ ਸਾਡਾ ਇੱਕ ਜਰਨੈਲ ਸ਼ਹੀਦ ਕਰ ਦਿੱਤਾ, ਉਹ ਵੀ ਜਾਂਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਉਹਨੂੰ ਤੱਕ ਕੇ ਇੱਕ ਤੀਰ ਚਲਾਉਂਦੇ ਨੇ। ਉਹ ਤੀਰ
ਦਲਸ਼ੇਰ ਖਾਂ ਦੇ ਵੱਜਦਾ ਹੈ, ਉਹ ਵੀ ਉੱਥੇ ਥਾਂ ਢੇਰੀ ਹੋ ਜਾਂਦਾ। ਤੋ ਸਿੱਖਾਂ ਦੇ ਤੀਰਾਂ ਦੇ ਅੱਗੇ ਉਹਦੀ ਜਿਹੜੀ ਫੌਜੀ ਦਸਤਾ ਹੈ ਉਹ ਵੀ ਨਹੀਂ ਟਿਕਦਾ ਤੇ ਉਹ ਵੀ ਸਾਰੇ ਥਾਂ ਖਤਮ ਹੋ ਜਾਂਦੇ ਨੇ। ਜਦੋਂ ਜੀ ਦੂਜਾ ਹੱਲਾ ਵੀ ਬੇਕਾਰ ਗਿਆ, ਤੋ ਇਸ ਦੂਜੇ ਹੱਲਿਆਂ ਵੀ ਉਹ ਫੌਜ ਹੋਰ ਡਰੀ, ਹੋਰ ਪਿੱਛੇ ਹੋ ਗਈ। ਹੁਣ ਕੁਝ ਸਮਾਂ ਫਿਰ ਚੁੱਪ ਛਾਉਂਦੀ ਹੈ, ਕੋਈ ਅੱਗੇ ਨਹੀਂ ਵਧਣ ਦਾ ਹਿਆ ਕਰ ਰਿਹਾ। ਫਿਰ ਜੋ ਵਜ਼ੀਰ ਖਾਂ ਵਰਗੇ, ਅਨਵਰ ਖਾਂ ਵਰਗੇ, ਜੋ ਫੇਰ ਕਹਿੰਦੇ ਨੇ ਕਿ ਭਾਈ ਕੋਈ ਵੀ ਤੁਹਾਡੇ ਵਿੱਚ ਗਾਜੀ ਨਹੀਂ ਹੈ, ਕੋਈ ਵੀ ਤੁਹਾਡੇ ਵਿੱਚ ਜੋ ਅਜਿਹਾ ਬੰਦਾ ਨਹੀਂ ਜਿਹੜਾ ਜਾ ਕੇ ਗੁਰੂ ਦੇ ਨਾਲ ਮੁਕਾਬਲਾ ਕਰੇ। ਤੋ ਤੀਜੇ ਹੱਲੇ ਜਾਂਦਾ ਹੈ ਖਵਾਜਾ ਖਿਜ਼ਰ ਖਾਨ, ਜਿਹਨੂੰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਖਵਾਜਾ ਮਰਦੂਦ ਲਿਖਦੇ ਨੇ ਬਾਣੀ ਆਪਣੇ ਜ਼ਫਰਨਾਮੇ ਵਿੱਚ। ਖਵਾਜਾ ਮਰਦੂਦ ਉਹ ਆਪਣੀ ਸੈਨਾ ਨੂੰ ਲੈ ਕੇ ਜਾਂਦਾ ਹੈ। ਖਵਾਜਾ ਖਿਜ਼ਰ ਖਾਨ ਉਹ ਆਪਣੇ ਸਿਪਾਹੀ ਦਸਤੇ ਦੇ ਨਾਲ ਜਾਂਦਾ ਹੈ ਤੇ ਜਦੋਂ ਗਿਆ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਤੱਕਿਆ ਤੇ ਤੱਕ ਕੇ ਪਾਤਸ਼ਾਹ ਜੀ ਉਹਨੂੰ ਤੀਰ ਚਲਾਉਣ ਲੱਗਦੇ ਨੇ। ਤੇ ਜਦੋਂ ਉਹਨੇ ਦੇਖਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਮਾਨ ਦੇ ਵਿੱਚ ਤੀਰ ਚੜਾਈ ਖੜੇ ਨੇ ਤੇ ਜੋ ਖਿੱਚਿਆ ਹੋਇਆ ਹੈ ਜੋ ਤੀਰ ਦੇ ਕਮਾਨ ਨੂੰ ਜੋ ਕੰਨ ਤੱਕ ਤੋਂ ਕਹਿੰਦੇ ਡਰਦਾ ਹੋਇਆ, ਉਹ ਜੋ ਦੀਵਾਰ ਦੇ ਉਹਲੇ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਕਿ ਆ ਖਵਾਜਾ ਮਰਦੂਦ ਸ਼ਾਹਿਆਂ ਦੀ ਬਾਤ, ਕਹਿੰਦੇ ਜੋ ਐ ਔਰੰਗਜ਼ੇਬ ਤੇਰਾ ਬੜਾ ਬਹਾਦਰ ਜਰਨੈਲ ਸਮਝਦਾ ਸੀ ਆਪਣੇ ਆਪ ਨੂੰ ਖਵਾਜਾ ਖਿਜ਼ਰ ਖਾਨ, ਪਰ ਉਹ ਤੋਂ ਕਿਸੇ ਵੀ ਯੋਧੇ ਦੇ ਕਹਾਉਣ ਦੇ ਕਾਬਲ ਨਹੀਂ ਰਿਹਾ। ਉਹਨੂੰ ਤੋਂ ਮੈਂ ਨਾਮਰਦ ਆਖਾਂਗਾ, ਜਿਹੜਾ ਮਰਦਾਂ ਵਾਂਗ ਅੱਗੇ ਹੋ ਕੇ ਨਹੀਂ ਲੜਿਆ। ਜਦੋਂ ਮੈਂ ਤੀਰ ਉਹਦੇ ਮਾਰਨ ਲੱਗਾ ਤਾਂ ਉਹ ਇੱਕ ਦੀਵਾਰ ਦੀ ਕੋਟ ਲੈ ਕੇ ਖੜ ਗਿਆ ਕਿ ਆ ਖਵਾਜਾ ਮਰਦੂਦ ਸ਼ਾਹਿਆਂ ਦੀ ਬਾਤ। ਕਹਿੰਦੇ ਜੇ ਕਿਤੇ ਉਹ ਮੇਰੇ ਸਾਹਮਣੇ ਆ ਜਾਂਦਾ ਇਸ ਤਰ੍ਹਾਂ ਲੁਕਦਾ ਨਾ, ਤਾਂ ਕਹਿੰਦੇ ਇੱਕ ਤੀਰ ਮੈਂ ਉਹਨੂੰ ਬਖਸ਼ਿਸ਼ ਕਰ ਦਿੰਦਾ, ਪਰ ਨਹੀਂ। ਜਦੋਂ ਉਹ ਲੁਕ ਗਿਆ ਆਪਣੀ ਜਾਨ ਬਚਾਉਣ ਦੇ ਲਈ, ਤਾਂ ਕਹਿੰਦੇ ਫਿਰ ਉਹਨੂੰ ਮਾਰਨਾ ਮੈਂ ਠੀਕ ਨਹੀਂ ਸਮਝਿਆ। ਇਹ ਵੀ ਸੂਰਮੇ ਦਾ ਕੰਮ ਨਹੀਂ ਕਿ ਕਿਸੇ ਲੁਕੇ ਹੋਏ ਤੇ ਜੋ ਮਾਰੇ, ਜੋ ਕਿਸੇ ਲੁਕੇ ਹੋਏ ਨੂੰ ਖਤਮ ਕੀਤਾ ਜਾਏ, ਉਹ ਆਪਣੀ ਜਾਨ ਬਚਾ ਰਿਹਾ ਹੈ। ਕਹਾਉਂਦਾ ਤਾਂ ਸੀ ਸੂਰਮਾ, ਪਰ ਉਹ ਬਿਲਕੁਲ ਵੀ ਸੂਰਮਗਤੀ ਉਹਨੇ ਦਿਖਾਈ ਨਹੀਂ, ਲੁਕ ਕੇ ਖੜ ਗਿਆ ਤੇ ਫਿਰ ਪਿੱਛੇ ਭੱਜ ਗਿਆ ਸੀ। ਫਿਰ ਅਖੀਰ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਹੱਥੋਂ ਉਹਦੀ ਮੌਤ ਹੁੰਦੀ ਹੈ, ਬਾਅਦ ਦੀ ਘਟਨਾ ਹੈ। ਤੋ ਇੱਥੋਂ ਲੁਕ ਕੇ ਵਾਪਸ ਹੀ ਉਹ ਭੱਜ ਗਿਆ ਸੀ। ਹੁਣ ਕੁਝ ਸਮਾਂ ਸਿਪਾਹੀ ਹੋਰ ਪਿੱਛੇ ਹਟੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਹੁਣ ਇਹਨਾਂ ਨੇ ਅੱਗੇ ਨਹੀਂ ਆਉਣਾ। ਹੁਣ ਇਹਨਾਂ ਦੇ ਜਿਹੜੇ ਮਹਾਨ ਸੂਰਮੇ ਆਪਣੇ ਆਪ ਨੂੰ ਕਹਾਉਂਦੇ ਸੀ, ਦੋ ਮਾਰੇ ਗਏ, ਤੀਜਾ ਭੱਜ ਗਿਆ। ਹੁਣ ਆਪਾਂ ਨੂੰ ਜਾਣਾ ਪਏਗਾ। ਫਿਰ ਹੁਣ ਪੰਜ ਸਿੰਘਾਂ ਦੇ ਸਤਿਗੁਰੂ ਪਾਤਸ਼ਾਹ ਜੀ ਨੇ ਜੱਥੇ ਬਣਾ ਦਿੱਤੇ ਨੇ। ਸਿੰਘ ਜਾਂਦੇ ਨੇ, ਕਿੰਨਿਆਂ ਨੂੰ ਮਾਰ ਕੇ ਸ਼ਹੀਦ ਹੋ ਜਾਂਦੇ ਨੇ। ਪ੍ਰੰਤ ਫਿਰ ਕਹਿੰਦੇ ਬਾਬਾ ਅਜੀਤ ਸਿੰਘ ਜੀ ਉਹ ਆਉਂਦੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੇ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲੇ ਆ ਕੇ ਪਾਤਸ਼ਾਹ ਨੂੰ ਕਹਿੰਦੇ, ਸਤਿਗੁਰੂ ਜੀਓ ਕਿਰਪਾ ਕਰੋ, ਮੇਰੇ ਤੇ ਵੀ ਬਖਸ਼ਿਸ਼ ਕਰੋ, ਮੈਂ ਵੀ ਮੈਦਾਨੀ ਜੰਗ ਦੇ ਵਿੱਚ ਜਾਵਾਂ ਤੇ ਜਾ ਕੇ ਸ਼ਹਾਦਤ ਦਾ ਜਾਮ ਪੀਵਾਂ। ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਕਹਿੰਦੇ ਅਜੀਤ ਸਿੰਘ ਆਓ ਵੇਖ ਕਿੰਨੀ ਫੌਜ ਹੈ, ਕੀ ਤੂੰ ਇਹਨੂੰ ਜਿੱਤ ਸਕੇਂਗਾ? ਏਡੀ ਵੱਡੀ ਫੌਜ ਹੈ, ਆਪਾਂ ਗਿਣਤੀ ਵਿੱਚ ਕੁਝ ਵੀ ਨਹੀਂ, ਕੀ ਤੂੰ ਇਹਨੂੰ ਜਿੱਤ ਸਕੇਂਗਾ? ਹੈ ਬਸ ਦੀ ਗੱਲ। ਤੋ ਕਹਿੰਦੇ ਉਸ ਵੇਲੇ ਫਿਰ ਬਾਬਾ ਅਜੀਤ ਸਿੰਘ ਜੀ ਨੇ ਇੱਕ ਗੱਲ ਕਹੀ ਹੈ, ਅੱਲਾ ਯਾਰ ਖਾਂ ਜੋਗੀ ਨੇ ਲਿਖੀ ਹੈ, ਬੜੀ ਬਾਕਮਾਲ ਗੱਲ। ਉਹ ਕਹਿੰਦੇ ਹਨ, ਕਹਿੰਦੇ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ। ਐ ਪਿਤਾ ਜੀਓ ਤੁਸੀਂ ਮੇਰਾ ਨਾਮ ਅਜੀਤ ਸਿੰਘ ਰੱਖਿਆ ਹੈ, ਅਜੀਤ ਸਿੰਘ ਮੇਰਾ ਨਾਮ ਰੱਖਿਆ, ਮੈਨੂੰ ਕੋਈ ਜਿੱਤ ਨਹੀਂ ਸਕਦਾ ਦੁਨੀਆ ਵਿੱਚ। ਪਰ ਸਮਾਂ ਕੁਝ ਅਜਿਹਾ ਬਣਿਆ, ਫੌਜ ਵਡੇਰੀ ਹੈ, ਉਹਨਾਂ ਪਾਸ ਸਾਰੇ ਅਸਤਰ ਸ਼ਸਤਰ ਨਹੀਂ, ਆਪਣੇ ਪਾਸ ਉਹਨਾਂ ਦੇ ਮੁਕਾਬਲੇ ਕੋਈ ਵੱਡੇ ਸ਼ਸਤਰ ਨਹੀਂ ਨੇ।
ਕਹਿੰਦੇ ਨਾਮ ਕਾ ਜੀਤੋਂ ਜੀਤਾ ਨਹੀਂ ਜਾਊਂਗਾ ਪਿਤਾ ਜੀ, ਨਾ ਤੁਸੀਂ ਮੇਰਾ ਜੀਤ ਸਿੰਘ ਰੱਖਿਆ, ਮੈਨੂੰ ਜਿੱਤ ਤੋਂ ਕੋਈ ਸਕਦਾ ਨਹੀਂ, ਪਰ ਅਗਰ ਜੀਤਾ ਵੀ ਗਿਆ ਤੋ ਜੀਤਾ ਨਹੀਂ ਆਊਂਗਾ। ਪਿਤਾ ਜੀ ਇੱਕ ਗੱਲ ਦਾ ਯਕੀਨ ਰੱਖਿਓ, ਮੈਂ ਚੱਲਿਆ ਹਾਂ, ਪਹਿਲਾਂ ਤੋਂ ਮੈਨੂੰ ਉਹ ਜਿੱਤ ਨਹੀਂ ਸਕਦੇ। ਜੇ ਮੈਨੂੰ ਉਹਨਾਂ ਨੇ ਜਿੱਤ ਵੀ ਲਿਆ ਤਾਂ ਮੈਂ ਜਿਉਂਦਾ ਤੁਹਾਡੇ ਕੋਲੇ ਨਹੀਂ ਹੁੰਦਾ, ਮੈਦਾਨੀ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀਵਾਂਗਾ। ਅਗਰ ਜੀਤਾ ਵੀ ਗਿਆ ਤੋ ਜੀਤਾ ਨਹੀਂ ਆਊਂਗਾ। ਇਹ ਕਹਿ ਕੇ ਗੁਰੂ ਪਿਤਾ ਦਾ ਥਾਪੜਾ ਲੈ ਕੇ ਬਾਬਾ ਅਜੀਤ ਸਿੰਘ ਜੀ 5 ਸਿੰਘਾਂ ਦਾ ਜੱਥਾ ਨਾਲ ਲੈ ਕੇ ਜੋ ਆਪਣੇ ਅਸਤਰ ਸ਼ਸਤਰ ਪਹਿਨ ਕੇ ਚੱਲ ਪਏ ਨੇ। ਤੇ ਹੁਣ ਇਹਨਾਂ ਦਾ ਲੜਨ ਦਾ ਢੰਗ ਦੇਖੀਏ, ਢੰਗ ਕੈਸਾ ਹੈ। ਤੋ ਵਿਦਵਾਨ ਲੋਕ ਕਹਿੰਦੇ ਨੇ ਪਹਿਲਾਂ ਬਾਬਾ ਜੀ ਅਸਤਰ ਸ਼ਸਤਰ ਦੇ ਨਾਲ ਲੜਦੇ ਨੇ, ਭਾਵ ਤੀਰ ਦੇ ਨਾਲ, ਤੀਰਾਂ ਦੇ ਨਾਲ ਦੂਰੋਂ ਵਾਰ ਕਰ ਰਹੇ ਨੇ। ਫਿਰ ਬਾਬਾ ਜੀ ਜੋ ਇਸ ਤਰ੍ਹਾਂ ਤੀਰਾਂ ਦੀ ਮਾਰ ਕਰਦੇ ਹੋਏ ਪੱਥਾ ਭਰਿਆ ਹੈ ਤੀਰਾਂ ਦਾ, ਜੋ ਜਾ ਰਹੇ ਨੇ ਵੈਰੀ ਦੇ, ਜੋ ਸਾਹਮਣੇ ਤੇ ਬੜੀ ਦੂਰ ਤੱਕ ਬੈਰੀਆਂ ਨੂੰ ਮਾਰਦਾ ਹੋਇਆ ਇਹ ਜੱਥਾ ਗਿਆ ਤੇ ਪੱਥੇ ਵਿੱਚੋਂ ਤੀਰ ਮੁੱਕ ਜਾਂਦੇ ਨੇ। ਤੇ ਅੱਗੇ ਬਾਬਾ ਜੀ ਦੇ ਨਾਲ ਮੁਕਾਬਲਾ ਹੁੰਦਾ ਹੈ ਅਨਵਰ ਖਾਨ ਦਾ। ਅਨਵਰ ਖਾਨ ਆਪਣੇ ਆਪ ਦੇ ਵਿੱਚ ਕਹਿੰਦਾ ਘਾਉਂਦਾ ਜਰਨੈਲ ਹੈ, ਬੜਾ ਤਕੜਾ ਹੈ, ਬੜੀਆਂ ਉਹਨੇ ਜੰਗਾਂ ਲੜੀਆਂ ਨੇ। ਬਾਬਾ ਅਜੀਤ ਸਿੰਘ ਜੀ 3 ਜੰਗਾਂ ਦੇ ਵਿੱਚ ਹੀ ਆਏ ਨੇ ਅਜੇ ਤੱਕ। ਇੱਕ ਤੋਂ ਵੱਸੀ ਪਠਾਣਾ, ਇੱਕ ਬ੍ਰਾਹਮਣ ਦੀ ਲੜਕੀ ਨੂੰ ਛੁਡਾ ਕੇ ਲਿਆਏ ਸੀ, ਜੋ ਦੂਜਾ ਮਲਕਪੁਰ ਰੰਗਣਾ ਵਿਖੇ, ਤੀਜਾ ਸਿਰਸਾ ਨਦੀ। ਇਹ ਜੋ 3 ਹੀ ਜੰਗਾਂ ਦੇ ਵਿੱਚ ਹੁਣ ਤੱਕ ਆਏ ਨੇ, 2 ਤੋਂ ਅਜੇ ਤਾਜ਼ੀਆਂ ਜੰਗਾਂ ਵਿੱਚ ਹੀ ਆਏ ਨੇ, ਇੱਕ ਪੁਰਾਣੀ। ਕਹਿੰਦੇ ਜੋ ਹੁਣ ਇੱਧਰ ਗਏ ਨੇ ਤੇ ਜਿਹਦੇ ਨਾਲ ਮੁਕਾਬਲਾ ਹੁੰਦਾ ਹੈ ਉਹ ਹੰਡਿਆ ਵਰਤਿਆ ਜਰਨੈਲ ਹੈ, ਕਈ ਜੰਗਾਂ ਦੇ ਵਿੱਚ ਉਹ ਵਿਜੇ ਪ੍ਰਾਪਤ ਕਰ ਚੁੱਕਾ ਹੈ। ਬਾਬਾ ਜੀ ਦੀ ਉਮਰ ਅਜੇ ਚੜ੍ਹਦੀ ਹੈ ਤੇ ਉਹ ਪੂਰਾ ਚੋਬਰ ਨੌਜਵਾਨ ਹੈ। ਉਹਦੇ ਨਾਲ ਮੁਕਾਬਲਾ ਹੁੰਦਾ ਹੈ। ਤੋ ਕਹਿੰਦੇ ਉਹ ਬੜਾ ਦਲੇਰੀ ਦੇ ਨਾਲ ਲੜਦਾ ਹੈ ਬਾਬਾ ਅਜੀਤ ਸਿੰਘ ਜੀ ਦੇ ਨਾਲ, ਤੇ ਲੋਹੇ ਨਾਲ ਉਹਦਾ ਸਰੀਰ ਪੂਰਾ ਗੱਜਿਆ ਹੋਇਆ ਹੈ। ਉਸਦੇ ਸਰੀਰ ਦੇ ਉੱਪਰ ਸੰਜੋਗ ਵਗੈਰਾ ਬੜੀ ਪਹਿਨੀ ਹੋਈ ਹੈ ਤੇ ਬਾਬਾ ਜੀ ਦੇ ਪਾਸ ਉਹਦੇ ਜਿੰਨੇ ਅਸਤਰ ਵਸਤਰ ਨਹੀਂ ਹੈ। ਫਿਰ ਵੀ ਮੁਕਾਬਲਾ ਹੁੰਦਾ ਹੈ। ਜੋ ਲੋਹੇ ਦੇ ਵਿੱਚ ਸਾਰਾ ਮੜਿਆ ਹੋਣ ਕਰਕੇ ਉਹ ਬੜਾ ਹੱਸ-ਹੱਸ ਕੇ ਵਾਰ ਕਰਦਾ, ਤੋਂ ਬਾਬਾ ਜੀ ਨੇ ਨੀਚੇ ਦਾ ਵਾਰ ਕਹਿੰਦੇ ਇੰਨੇ ਜ਼ੋਰ ਦੀ ਉਹਦੇ ਹਿਰਦੇ ਦੇ ਵਿੱਚ ਕੀਤਾ, ਉਹਦੇ ਪੇਟ ਦੇ ਵਿੱਚ ਕੀਤਾ, ਜੋ ਨੀਚਾ ਸੀ ਉਹ ਉਹਦੇ ਸੰਜੋਗ ਨੂੰ ਵਿੰਨਦਾ ਹੋਇਆ ਉਹਦੀ ਛਾਤੀ ਵਿੱਚ ਦੀ ਲੰਘ ਕੇ ਦੂਜੇ ਪਾਸੇ ਦੀ ਲੰਘ ਗਿਆ। ਅਨਵਰ ਖਾਨ ਉੱਤੇ ਚੀਕਾ ਮਾਰਦਾ ਹੋਇਆ ਧਰਤੀ ਤੇ ਡਿੱਗਿਆ। ਤੋਂ ਬਾਬਾ ਜੀ ਜਦੋਂ ਉਸਦੇ ਜੋ ਪੇਟ ਦੇ ਵਿੱਚੋਂ ਉਹ ਨੀਜਾ ਕੱਢਣ ਲੱਗੇ ਨੇ, ਤੋਂ ਕਹਿੰਦੇ ਨੀਜੇ ਦਾ ਫਲ ਸੀ ਜਿਹੜਾ ਉਹ ਉਹਦੇ ਛਾਤੀ ਦੇ ਵਿੱਚ ਹੀ ਟੁੱਟ ਗਿਆ। ਉਹ ਫਲ ਨਹੀਂ ਬਾਹਰ ਨਿਕਲਿਆ, ਇਕੱਲਾ ਡੰਡਾ ਸੀ ਜਿਹੜਾ ਉਹ ਬਾਬਾ ਜੀ ਦੇ ਹੱਥ ਵਿੱਚ ਆਇਆ, ਤੋਂ ਉਹ ਵੀ ਉਹਨਾਂ ਨੇ ਸੁੱਟ ਦਿੱਤਾ ਹੈ। ਤੇ ਜਿਹੜੀ ਮਿਆਨ ਦੇ ਵਿੱਚ ਪਾਈ ਹੋਈ ਸੀ ਕਿਰਪਾਨ, ਹੁਣ ਉਹਨੂੰ ਬਾਹਰ ਕੱਢ ਲਿਆ, ਉਹਨੂੰ ਬਾਹਰ ਕੱਢਿਆ ਹੈ। ਤੇ ਇੱਧਰ ਹੁਣ ਰੌਲਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਦਾ ਵੱਡਾ ਲੜਕਾ, ਵੱਡਾ ਫਰਜ਼ੰਦ, ਉਹ ਆ ਗਿਆ ਹੈ ਮੈਦਾਨ ਵਿੱਚ, ਘੋੜੇ ਤੋਂ ਵੀ ਥੱਲੇ ਹੈ, ਜੋ ਕਿਵੇਂ ਹੋਵੇ ਇਹਨੂੰ ਘੇਰੋ, ਇਹਨੂੰ ਫੜੋ, ਇਹਨੂੰ ਮਾਰੋ। ਹੁਣ ਹਰ ਕੋਈ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਨੂੰ ਮੈਂ ਮਾਰਾਂ, ਉਹਨੂੰ ਮੈਂ ਖਤਮ ਕਰਾਂ, ਜੋ ਪਹਿਲਾ ਵਾਰ ਮੈਂ ਉਹਦੇ ਉੱਪਰ ਕਰਾਂ ਤਾਂ ਜੋ ਮੈਨੂੰ ਸ਼ਾਬਾਸ਼ੀ ਮਿਲੇ, ਮੇਰਾ ਨਾਮ ਲੱਗੇ ਕਿ ਮੈਂ ਅਜੀਤ ਸਿੰਘ ਨੂੰ ਖਤਮ ਕੀਤਾ ਹੈ। ਇਸ ਲਈ ਚਫੇਰਿਓਂ ਜੋ ਫੌਜ ਨੇ ਘੇਰਾ ਪਾ ਲਿਆ ਤੇ ਬਾਬਾ ਜੀ ਇੱਥੇ ਹੁਣ ਲੜ ਰਹੇ ਨੇ ਬੜੀ ਦਲੇਰੀ ਦੇ ਨਾਲ। ਤੇ ਹੁੰਦਾ ਕੀ ਹੈ, ਕੁਝ ਸਮੇਂ ਬਾਅਦ ਬਾਬਾ ਜੀ ਦੀ ਕਿਰਪਾਨ ਵੀ ਟੁੱਟ ਜਾਂਦੀ ਹੈ, ਲੋਹੇ ਤੇ ਲੋਹਾ ਵੱਜਦਾ ਹੈ, ਬਾਬਾ ਜੀ ਦੀ ਕਿਰਪਾਨ ਵੀ ਟੁੱਟ ਜਾਂਦੀ ਹੈ। ਤੇ ਪਿੱਛੋਂ ਜੋ ਇੱਕ ਐਸਾ ਹੁੰਦਾ ਹੈ ਜੋ ਕਾਇਰ, ਜੋ ਪਿੱਛੇ ਦੀ ਜੋ ਵਰਸ਼ੀ ਉਹਨਾਂ ਦੇ ਢੂਈ ਦੇ ਵਿੱਚ ਮਾਰਦਾ ਹੈ, ਪਿੱਠ ਵਿੱਚ ਵਾਰ ਕਰਦਾ ਹੈ, ਪਿੱਛੋਂ ਦੀ ਵਰਸ਼ੀ ਵੱਜਦੀ ਹੈ, ਬਾਬਾ ਜੀ ਡਿੱਗਦੇ ਨੇ। ਫਿਰ ਪਤਾ ਹੀ ਨਹੀਂ ਕਿੰਨੇ ਕੁ ਫੱਟ ਉਹਨਾਂ ਦੇ ਸਰੀਰ ਦੇ ਉੱਪਰ ਵੱਜਦੇ ਨੇ, ਵੈਰੀ ਦੇ, ਨੇਜਿਆਂ ਦੇ, ਕਿਰਪਾਨਾਂ ਦੇ, ਤੀਰਾਂ ਦੇ, ਅਤੇ ਉਹ ਫੱਟ ਖਾ ਕੇ ਉੱਥੇ ਸ਼ਹਾਦਤ ਦਾ ਜਾਮ ਪੀਂਦੇ ਨੇ। ਤੇ ਇੱਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੇਖ ਰਹੇ ਨੇ ਤੇ
ਕੱਚੀ ਗੜੀ ਦੇ ਉੱਪਰ ਨੇ ਵੇਖ ਰਹੇ ਨੇ ਕਿ ਮੇਰਾ ਪੁੱਤਰ ਕੀ ਕਰ ਰਿਹਾ ਹੈ, ਕਿਵੇਂ ਸ਼ਹੀਦੀ ਪਾ ਰਿਹਾ ਹੈ। ਤੇ ਜਦੋਂ ਵੇਖਿਆ ਕਿ ਮੇਰਾ ਪੁੱਤਰ ਸ਼ਹੀਦੀ ਪਾ ਗਿਆ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਕਾਰਾ ਛੱਡਿਆ ਤੇ ਉੱਥੇ ਅਲਫਾਜ਼ ਕਹੇ, ਕਹਿੰਦੇ ਸਾਬਾਸ ਬਿਸ਼ਰ बड़ी दलेरी से लड़े हो क्यों ना हो गोविंद के फरजंद बड़े हो। कहते शाबाशे है पुत्रा तैनू, साबास पिसर, पिसर पुत्र नूं कहंदे ने। अल्लाह यार कहंदा गुरु पातशाह कहंदे ने साबास पिसर पुत्रा तैनू शाबाशे है, बड़ी दलेरी से लड़े हो, बड़े ढंग दे नाल, बड़ी बहादरी नाल, बड़ी दलेरी दे नाल तू मैदानी जंग विच जूझिया है। फिर कहंदे आप ही कहंदे हो क्यों ना हो गोबिंद के फरजंद बड़े हो, लड़े भी क्यों ना। गुरु गोबिंद सिंह का बड़ा पुत्र होने का मान तैनूं मिलिया है। मैनूं तेरे तो यही आस सी, यही उम्मीद सी। कहने जो इस तरह सतगुरु पातशाह जी ने शाबाशी दी है। आनंद दे वाजे वजे ने, बड़े खुश ने, आनंदित ने कि जिहड़ा कुछ मैं चाहुंदा सी उही होया है। मैं चाह रहा सी मेरा पुत्र इन्नी दलेरी नाल ही लड़े, लोग ये ना आखण गुरु पातशाह लोकां दे पुत्रां नूं ही मरवाउंदे रहे, लोकां दे पुत्रां नूं ही जो आखदे रहे कि मैदानी जंग दे विच दलेरी दे नाल बहादरी दे नाल लड़ो ते अपना पुत्र पिछे रखिया। कहंदे जो हुण मैनूं माण है तूं भी जिहड़ी दलेरी दे नाल मैं लोकां नूं कहंदा हां उस तो वध के दलेरी दे नाल लड़िया है। कहंदे इस तरह सतगुरु पातशाह जी ने बड़े आनंद दे विच आके जयकारा छड्डिया, शाबाशी दित्ती है अपने पुत्र बाबा अजीत सिंह जी नूं। दूजे जिहड़े सिख ने गुरु के प्यारे ने गड़ी दे विच ने ओए मंजर देख के उन्हां दीयां अखां नम हो गईयां ने कि पातशाह दा पुत्र सी इस तरह हो गया। पर सतगुरु पातशाह जी दे चेहरे दा जिहड़ा जलाल है वो वखरा ही है, आनंद विच नहीं। कोई इस तरह नहीं है कि अखां विचों हंझू भी डिग्या होवे। कहंदे जो परम पिता परमात्मा दी दित्ती हुई अमानत सी ते पातशाह कहंदे मैनूं फखर है कि उस परमेश्वर वाहिगुरू निरंकार जी ने कहे अनुसार चल के ही उन्हें शहादत दा जाम कीता है। इस तरह कहंदे जो सतगुरु पातशाह जी ने आनंदता दे नाल जो जयकारा लाया, शाबाशी दित्ती, उस तो अगे कहंदे की हुंदा है। एक कवि दे बोल ने जिन्होंने भाई मनिंदर सिंह जी ने अपनी कविता दे विच गाया है। वो कहंदे डिग्गिया अजीत जदों जिंद जान वार के, पिता दी नज़र पई लाडले जुझारते। कहंदे जदों बाबा अजीत सिंह जी जिंद जान वार के डिग पैंदे ने तो पिता जी दी जिहड़ी नज़र है हुण जांदी है अपने दूसरे पुत्र बाबा जुझार सिंह जी दी। डिग्गिया अजीत जदों जिंद जान वार के, डिग्गिया अजीत जदों जिंद जान वार के, पिता दी नजर पई लाडले जुझारते, पिता दी नजर पई लाडले जुझारते। डिग्गिया अजीत जदों जिंद जान वार के, डिग्गिया अजीत जदों जिंद जान वार के, पिता दी नजर पई लाडले जुझारते, पिता दी नजर पई लाडले जुझारते। एक वारी देखिया सी पुत्र प्यारे नूं, एक वारी
ਯੋਧਿਆਂ ਨੂੰ ਪੈਂਦੀ ਬਹੁਤੀ ਉਮਰਾਂ ਦੀ ਲੋੜ ਨਾ, ਨੱਚਣਾ ਆਉਂਦਾ ਹੈ ਤੈਨੂੰ ਕੰਡੇ ਵਾਲੀ ਤਾਰ ਤੇ, ਨੱਚਣਾ ਆਉਂਦਾ ਹੈ ਤੈਨੂੰ ਕੰਡੇ ਵਾਲੀ ਤਾਰ ਤੇ, ਪਿਤਾ ਦੀ ਨਜ਼ਰ ਪਈ ਲਾਡਲੇ ਜੁਝਾਰ ਤੇ, ਡਿੱਗ ਆਏ ਜੀਤ ਜਦੋਂ ਜਿੰਦ ਜਾਨ ਵਾਰ ਕੇ, ਡਿੱਗ ਆਏ ਜੀਤ ਜਦੋਂ ਜਿੰਦ ਜਾਨ ਵਾਰ ਕੇ, ਪਿਤਾ ਦੀ ਨਜ਼ਰ ਪਈ ਲਾਡਲੇ ਜੁਝਾਰ ਤੇ, ਪਿਤਾ ਦੀ ਨਜ਼ਰ ਪਈ ਲਾਡਲੇ ਜੁਝਾਰ ਤੇ। ਜਾਓ ਮੇਰੇ ਚੰਨਾ ਤੁਮੀ ਚਮਕਣਾ ਆਕਾਸ਼ ਤੇ, ਮੇਰੇ ਚੰਨਾ ਤੁਮੀ ਚਮਕਣਾ ਆਕਾਸ਼ ਤੇ, ਜਾਓ ਮੇਰੇ ਚੰਨਾ ਤੁਮੀ ਚਮਕਣਾ ਆਕਾਸ਼ ਤੇ, ਚਮਕੇਗਾ ਪੰਥ ਮੇਰਾ ਪੁੱਤਰਾਂ ਦੀ ਲਾਸ਼ ਤੇ, ਚਮਕੇਗਾ ਪੰਥ ਮੇਰਾ ਪੁੱਤਰਾਂ ਦੀ ਲਾਸ਼ ਤੇ, ਖਾਲਸੇ ਦੇ ਰਾਹਾਂ ਵਿੱਚ ਰੋਸ਼ਨੀ ਖਿਲਾਰ ਕੇ, ਖਾਲਸੇ ਦੇ ਰਾਹਾਂ ਵਿੱਚ ਰੋਸ਼ਨੀ ਖਿਲਾਰ ਕੇ, ਪਿਤਾ ਦੀ ਨਜ਼ਰ ਪਈ ਲਾਡਲੇ ਜੁਝਾਰ ਤੇ, ਡਿੱਗ ਆਏ ਜੀਤ ਜਦੋਂ ਜਿੰਦ ਜਾਨ ਵਾਰ ਕੇ, ਡਿੱਗ ਆਏ ਜੀਤ ਜਦੋਂ ਜਿੰਦ ਜਾਨ ਵਾਰ ਕੇ, ਪਿਤਾ ਦੀ ਨਜ਼ਰ ਪਈ ਲਾਡਲੇ ਜੁਝਾਰ ਤੇ, ਪਿਤਾ ਦੀ ਨਜ਼ਰ ਪਈ ਲਾਡਲੇ ਜੁਝਾਰ ਤੇ। ਮਮਤਾ ਦੀ ਛੱਲੀ ਉਤੋਂ ਦਾਣਾ ਦਾਣਾ ਪੋਰਿਆ, ਮਮਤਾ ਦੀ ਛੱਲੀ ਉਤੋਂ ਦਾਣਾ ਦਾਣਾ ਪੋਰਿਆ, ਪਹਿਲਾ ਪੁੱਤ ਆਇਆ ਨਹੀਂ ਦੂਸਰਾ ਵੀ ਤੋਰਿਆ,
ਸਤਿਗੁਰੂ ਪਾਤਸ਼ਾਹ ਜੀ ਦਾ ਵੱਡਾ ਸਪੁੱਤਰ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਉਸ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦੇ ਉੱਪਰ ਹੀ ਨਹੀਂ ਤੇ ਇਧਰ ਬਾਬਾ ਜੁਝਾਰ ਸਿੰਘ ਜੀ ਜੋ ਛੋਟੇ ਪੁੱਤਰ ਨੇ, ਉਹ ਪਾਤਸ਼ਾਹ ਜੀ ਦੇ ਅੱਗੇ ਆ ਕੇ ਨਮਸਕਾਰ ਕਰਦੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਉਹ ਕੁਝ ਬੋਲ ਕਹਿੰਦੇ ਨੇ ਜਿਹੜੇ ਅੱਲਾ ਯਾਰ ਖਾਂ ਜੋਗੀ ਨੇ ਲਿਖੇ ਨੇ। ਅੱਲਾ ਯਾਰ ਖਾਂ ਕਹਿੰਦਾ, ਬਾਬਾ ਜੁਝਾਰ ਸਿੰਘ ਜੀ ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਕਹਿੰਦੇ, ਪਾਤਸ਼ਾਹ ਜੀਓ, ਭਾਈ ਸੇ ਵਿਛੜ ਕਰ ਹमें जीना नहीं आता, ਖਾਣਾ नहीं पीना नहीं सोना नहीं पाता। ਇਹ ਪਿਤਾ ਜੀ, ਜੋ ਭਾਈ ਦੇ ਨਾਲ ਅਸੀਂ ਇਕੱਠੇ ਖਾਂਦੇ, ਇਕੱਠੇ ਖੇਡਦੇ ਰਹੇ, ਇਕੱਠੇ ਸੌਂਦੇ, ਤੋ ਪਿਤਾ ਜੀਓ ਹੁਣ ਭਰਾ ਮੇਰਾ ਵਿਛੜ ਗਿਆ ਹੈ ਮੇਤੋਂ। ਭਾਈ ਸੇ ਵਿਛੜ ਕਰ ਹमें जीना नहीं आता, ਮੈਨੂੰ ਪਿਤਾ ਜੀ ਜੀਣਾ ਨਹੀਂ ਆਉਂਦਾ। ਜੋ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਮੈਦਾਨੀ ਜੰਗ ਦੇ ਵਿੱਚ ਜੂਝਣ ਦੀ ਆਗਿਆ ਬਖਸ਼ੋ। ਮੈਂ ਵੀ ਆਪ ਜੀ ਦੀ ਕਿਰਪਾ ਦਾ ਸਦਕਾ ਮੈਦਾਨੀ ਜੰਗ ਦੇ ਵਿੱਚ ਜਾ ਕਰਕੇ ਤੇਗ ਦੇ ਜੋਧ ਦਿਖਾਵਾਂ, ਵੈਰੀਆਂ ਨੂੰ ਮਾਰਾਂ ਤੇ ਖੁਦ ਸ਼ਹਾਦਤ ਦਾ ਜਾਮ ਪੀਵਾਂ। ਕਹਿੰਦੇ ਅਜੇ ਇਹ ਗੱਲ ਬਾਬਾ ਜੁਝਾਰ ਸਿੰਘ ਜੀ ਕਰ ਹੀ ਰਹੇ ਸਨ ਕਿ ਇੱਧਰ ਭਾਈ ਦਇਆ ਸਿੰਘ ਜੀ ਵਰਗੇ, ਭਾਈ ਸੰਤ ਸਿੰਘ ਜੀ ਵਰਗੇ, ਭਾਈ ਮਾਨ ਸਿੰਘ ਜੀ ਵਰਗੇ, ਭਾਈ ਧਰਮ ਸਿੰਘ ਜੀ ਹੋਰੀ, ਇਹ ਸਾਰੇ ਆ ਜਾਂਦੇ ਨੇ। ਕਹਿੰਦੇ ਪਾਤਸ਼ਾਹ ਜੀ ਇਹ ਕੀ ਕਰਨ ਲੱਗੇ ਹੋ? ਇਹ ਤਾਂ ਜੇ ਨਿਆਣਾ ਹੈ, ਇਤਿਹਾਸ ਸਾਨੂੰ ਕੀ ਆਖੇਗਾ? ਸਾਡੇ ਜੋ ਸਿਰ ਦੇ ਉੱਪਰ ਗੁਲਾਮੀਆਂ ਦੇ ਟੋਕਰੇ ਭਰ ਕੇ ਰੱਖ ਰਹੇ ਹੋ। ਪਾਤਸ਼ਾਹ ਅਸੀਂ ਅਜੇ ਬੈਠੇ ਹਾਂ, ਜੋ ਸਾਡੇ ਬੈਠਿਆਂ ਹੋਇਆਂ ਪਾਤਸ਼ਾਹ ਜੀ ਇਹ ਬੱਚਾ ਰਹੇਗਾ ਮੈਦਾਨੀ ਜੰਗ ਦੇ ਵਿੱਚ। ਪਾਤਸ਼ਾਹ ਜਦੋਂ ਅਸੀਂ ਨਹੀਂ ਹੋਵਾਂਗੇ ਉਦੋਂ ਤਾਂ ਠੀਕ ਹੈ ਜੋ ਇਹ ਜਾਵੇ, ਪਰ ਪਾਤਸ਼ਾਹ ਜੀਓ ਅਸੀਂ ਨਹੀਂ ਹੋਣ ਦੇਣਾ। ਕਿਰਪਾ ਕਰੋ, ਪਹਿਲਾਂ ਸਾਨੂੰ ਬਖਸ਼ਿਸ਼ ਕਰੋ, ਸਾਨੂੰ ਹੁਕਮ ਕਰੋ, ਅਸੀਂ ਪਹਿਲਾਂ ਮੈਦਾਨੀ ਜੰਗ ਵਿੱਚ ਜੂਝ ਕੇ ਲੜਾਂਗੇ। ਤੋ ਕਹਿੰਦੇ ਉਸ ਵਕਤ ਫਿਰ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਅੱਗੇ ਵੀ ਬੇਨਤੀ ਕਰਦੇ ਨੇ। ਕਹਿੰਦੇ ਆਪ ਵੱਡੇ ਹੋ, ਵਡੇਰੇ ਹੋ, ਪਰ ਮੇਰੀ ਵੀ ਇੱਕ ਅਰਜ਼ ਸੁਣੋ। ਮੈਂ ਵੀ ਆਪਣੇ ਦਾਦੀ ਦੀ ਗੋਦੀ ਵਿੱਚ ਜਾਣਾ ਚਾਹੁੰਦਾ। ਮੈਨੂੰ ਵੀ ਮਨ ਵਿੱਚ ਕਾਹਲ ਹੈ, ਮੇਰਾ ਵੀਰਾ ਚਲਿਆ ਗਿਆ, ਮੇਰਾ ਵੀਰ ਗਿਆ ਹੈ। ਹੁਣ ਕਿਰਪਾ ਕਰੋ, ਜੋ ਵੀਰ ਦੇ ਨਾਲ ਮੈਨੂੰ ਵੀ ਜਾਣ ਦਿਓ, ਐਸੀ ਬਖਸ਼ਿਸ਼ ਕਰੋ। ਜਦੋਂ ਇਸ ਤਰ੍ਹਾਂ ਅਰਜ਼ੋਈ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੇ ਘੁੱਟ ਕੇ ਗਲਫੜੀ ਵਿੱਚ ਲਿਆ ਤੇ ਪਾਤਸ਼ਾਹ ਕਹਿੰਦੇ ਜੋ ਭਾਈ ਜੁਝਾਰ ਸਿੰਘ ਜੀ ਜਾਣਗੇ, ਬਾਬਾ ਜੁਝਾਰ ਸਿੰਘ ਜੀ ਜਾਣਗੇ। ਕਹਿੰਦੇ ਅਜੇ ਇੱਕ ਵੀ ਜੰਗ ਪਹਿਲਾਂ ਨਹੀਂ ਲੜੀ। ਬਾਬਾ ਜੁਝਾਰ ਸਿੰਘ ਜੀ ਨੇ ਇਹ ਤੋਂ ਪਹਿਲਾਂ ਕੋਈ ਵੀ ਜੰਗ ਨਹੀਂ ਲੜੀ। ਬਾਬਾ ਅਜੀਤ ਸਿੰਘ ਤੋਂ 3 ਜੰਗਾਂ ਪਹਿਲਾਂ ਵੀ ਲੜ ਚੁੱਕੇ ਨੇ, ਇਹਨਾਂ ਨੇ ਨਹੀਂ ਅਜੇ ਕੋਈ ਵੀ ਜੰਗ ਲੜੀ। ਹਿਰਦਾ ਕੋਮਲ ਹੈ, ਪਤਾ ਨਹੀਂ ਹੈ ਕਿ ਜਦ ਤੀਰ ਵੱਜਦਾ ਹੈ ਕਿਵੇਂ ਦੀ ਦਰਦ ਹੁੰਦੀ ਹੈ, ਕਿਰਪਾਨ ਦਾ ਫਟ ਕਿਸ ਤਰ੍ਹਾਂ ਲੱਗਦਾ ਹੈ, ਵਰਸ਼ੇ ਦੀ ਚੋਭ ਕਿਸ ਤਰ੍ਹਾਂ ਦੀ ਹੁੰਦੀ ਹੈ, ਗੋਲੀ ਵੱਜਣ ਦਾ ਦਰਦ ਕਿਸ ਤਰ੍ਹਾਂ ਦਾ ਹੈ, ਇਹ ਕੁਝ ਨਹੀਂ ਪਤਾ। ਆਰਗਲਾ ਛੋਟੀ ਹੈ, ਪਰ ਹੁਣ ਬਜਿੱਦ ਨਹੀਂ ਜਾਣ ਦੇ ਲਈ। ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਹੁਣ ਇਹਨਾਂ ਨੇ ਜਦੋਂ ਮਨ ਬਣਾ ਹੀ ਲਿਆ ਹੈ ਤਾਂ ਜਾਣਗੇ ਜ਼ਰੂਰ। ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਸਮਝਾ ਰਹੇ ਨੇ, ਪੁੱਤਰ ਜ਼ਿਆਦਾ ਤਾਂ ਰਿਹਾ ਹੈ, ਜ਼ਿਆਦਾ ਰਿਹਾ ਹੈ, ਪਰ ਵੇਖੀ ਕਿਤੇ ਸੀ ਨਾ ਤੇਰੇ ਮੁਖ ਚੋਂ ਨਿਕਲੇ। ਮੇਰੀ ਇੱਕ ਤਮੰਨਾ ਹੈ, ਉਹ ਤਮੰਨਾ ਤੂੰ ਪੂਰੀ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਦਿਲੀ ਖਵਾਹਿਸ਼ ਬਾਬਾ ਜੀ ਨੂੰ ਦੱਸੀ। ਕਹਿੰਦੇ ਨੇ, ਪੁੱਤਰ ਖਵਾਹਿਸ਼ ਹੈ तुम्हें, मैं तेग चलाता हुआ देखूं, मैं आंख से वर्षी तुम्हें खाता हुआ देखूं। ਇਹ ਵੱਖਰੀ ਜੀ ਤਮੰਨਾ, ਕਿਸੇ ਦੇ ਬਾਪ ਦੀ ਤਮੰਨਾ ਹੁੰਦੀ ਹੈ ਮੇਰਾ ਪੁੱਤਰ ਬਹੁਤ ਵੱਡਾ ਅਫਸਰ ਲੱਗ ਜੇ,
ਕਿਸੇ ਦੀ ਤਮੰਨਾ ਹੈ ਬਹੁਤ ਵੱਡਾ ਬਲੀ ਯੋਧਾ ਹੋਏ, ਵੱਡੇ ਵੱਡੇ ਮੈਡਲ ਜਿੱਤ ਕੇ ਲੈ ਕੇ ਆਏ, ਬਹੁਤ ਵੱਡਾ ਅਮੀਰ ਆਦਮੀ ਬਣੇ, ਬੜਾ ਯੋਧਾ ਬਣੇ। ਇਹ ਤਮੰਨਾਵਾਂ ਹੁੰਦੀਆਂ ਨੇ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਤਮੰਨਾ ਕੀ ਹੈ? ਉਹ ਕਹਿੰਦੇ ख्वाहिश है तुम्हें मैं जो ख्वाहिश है तुम्हें तेग चलाता हुआ देखूं, मैं आंख से वर्षी तुम्हें खाता हुआ देखूं। तैनूं सीने विच वर्षी खांदा होया मैं तक्कां ते तेरे मुख दे विचों उफ ना निकले, सी ना निकले। जो ये इच्छा तू मेरी पूरी करनी है, मैं तेरी इच्छा पूरी कर रहा। तैनूं मैदानी जंग दे विच जो जुटण दे लिए भेज रहा हाँ, पर तमन्ना मेरी भी है कि तैनूं मैं सीने विच वर्षी खांदा हुआ देखा। ते पातशाह जी ने अपने कमरबंद दे विच छोटी हीरी साहब बाबा जुझार सिंह जी ने बख्शिश की है। ते बाबा जी सतगुरु पातशाह वाली को जो छोटी श्री साहब है वो लेके जाते नहीं, अजे निशाने दे इतने पक्के नहीं, क्योंकि युद्ध विच आए नहीं। युद्ध कला सिख जरूर रहे सन, पूर्ण तौर ते अजे सिखे नहीं ने, पर कहते जो इस युद्ध का अजिहा सी मंजर कि चारे पासे बैरी ही बैरी है, कि सिख का निशाना नहीं लाना पैंदा। जो बिना निशाने तो जो इन्ने बैरी खड़े नहीं, जिधर नूं भी तीर जांदा है बैरी नहीं लगता है। ते बाबा अजीत सिंह जी वांग इन्हां ने भी पहला अस्त्र शस्त्र फिर शस्त्र की वरतों की है। अते जो इन्नी दलेरी दे नाल गए नहीं, पातशाह कहंदा जो अल्लाह यार खान जोगी कहंदा 10-20 को जख्मी किया, 10-20 को मारा, ते छोटे जे टीचर ने 40 को मारा। कहंदे जो अजिहा छोटा जिहा अरबला दा बच्चा गुरु गोबिंद सिंह पातशाह दा पुत्र, कहंदे जिधरों लंघ रहा है नेरी जा रहा है, नाल ओहदे गुरु के सिख ने वो भी आहू लाउंदे जा रहे ने बैरी दल दे। जिधर नूं भी जांदा है गुरु का ये फरजंद 10-20 नूं ते पासों जख्मी कर जांदा है, 10-20 नूं मार जांदा है। बड़ी रफ्तार है ਇਹਦੇ घोड़े की भी ते ਇਹਦੀਆਂ ਬਾਹਾਂ ਦੀ भी, बिजली की तरह ਇਹਦੀ कृपान चल रही है। तीर मुकदे नहीं, शस्त्र टुट जाते नहीं, तेज पहुंच चलता होया बाबा जुझार सिंह जी, बाबा अजीत सिंह जी की जिथे जो शरीर पिया है उन्होंने जोत पई है, उत्थे पुज जाता है। उत्थे जा करके इन्हां दे भी शस्त्र टुट जाते हैं, तीर मुक जाते हैं, ते उत्थे इन्हां नूं भी चारे पासे तो घेरा पैंदा है, ਅਤੇ ਜੋ ਉੱਥੇ ਇਹਨਾਂ ਨੂੰ ਵੀ ਸ਼ਹਾਦਤ ਦਾ ਜਾਮ ਪੀਣਾ ਪੈਂਦਾ ਹੈ। ਬੈਰੀ ਦਲ ਦੇ ਜੋ ਵਾਰ ਸਿੰਘੇ ਹੋਏ ਤੀਰਾਂ ਦੇ, ਨੀਚਿਆਂ ਦੇ, ਤਲਵਾਰਾਂ ਦੇ, ਜੋ ਉਸ ਸਰੀਰ ਦੇ ਪਾਸ ਹੀ ਇਹਨਾਂ ਦਾ ਸਰੀਰ ਪਿਆ ਹੈ, ਜੋ ਦੋਨੇ ਗੁਰੂ ਕੇ ਫਰਜ਼ੰਦ ਉੱਥੇ ਹੀ ਜੋ ਸ਼ਹੀਦ ਹੋ ਜਾਂਦੇ ਨੇ ਮੈਦਾਨੇ ਜੰਗ ਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਸ ਮੰਜ਼ਿਲ ਨੂੰ ਤੱਕਦੇ ਨੇ ਅਤੇ ਜੋ ਇਹਨਾਂ ਨੂੰ ਵੀ ਸ਼ਾਬਾਸ਼ੀ ਦਿੰਦੇ ਨੇ, ਉੱਥੇ ਵੀ ਜੈਕਾਰਾ ਛੱਡਦੇ ਨੇ ਤੇ ਪਾਤਸ਼ਾਹ ਹੁਣ ਥੱਲੇ ਆਉਂਦੇ ਨੇ। ਆਪ ਤਿਆਰੀ ਕਰ ਰਹੇ ਨੇ, ਸੰਜੋਗ ਨਹੀਂ ਹੈ, ਜੋ ਤੀਰ ਜੋ ਭੱਥਾ ਤੀਰਾਂ ਦੇ ਨਾਲ ਭਰ ਰਹੇ ਨੇ, ਕਮਰਬੰਦ ਦੇ ਵਿੱਚ ਤੀਰ ਟੰਗ ਰਹੀ ਹੈ। ਤੋ ਭਾਈ ਦਇਆ ਸਿੰਘ ਜੀ ਆ ਕੇ ਕਹਿੰਦੇ ਨੇ ਪਾਤਸ਼ਾਹ ਜੀ ਆਪ ਕਿਧਰ ਨੂੰ? ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਸਮਾਂ ਹੈ, ਹੁਣ ਮੈਦਾਨੇ ਜੰਗ ਦੇ ਵਿੱਚ ਰੁਕਣ ਦਾ ਮੇਰਾ ਸਮਾਂ ਹੈ, ਮੈਂ ਜਾਣਾ ਹੈ ਮੈਦਾਨੇ ਜੰਗ ਵਿੱਚ ਵੈਰੀ ਦਲ ਨੂੰ, ਜੋ ਇੱਥੇ ਹੀ ਜਾਂ ਤਾਂ ਇਹਨਾਂ ਨੂੰ ਖਤਮ ਕਰ ਦਿਆਂਗਾ ਜਾਂ ਮੈਂ ਸ਼ਹੀਦ ਹੋ ਜਾਵਾਂਗਾ। ਮੈਦਾਨੇ ਜੰਗ ਵਿੱਚ ਲੜ ਕੇ ਸ਼ਹਾਦਤ ਦਾ ਜਾਮ ਪੀਣ ਦਾ ਸਮਾਂ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਦਇਆ ਸਿੰਘ ਜੀ ਰੋਕ ਰਹੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਰੁਕ ਨਹੀਂ ਰਹੇ ਤੇ ਇੱਧਰ ਹੁਣ ਜਾਂਦੇ ਨੇ ਭਾਈ ਦਇਆ ਸਿੰਘ ਜੀ ਹੋਰਨਾਂ ਸਿੱਖਾਂ ਦੇ ਪਾਸ। ਭਾਈ ਧਰਮ ਸਿੰਘ ਜੀ ਬੈਠੇ ਨੇ, ਭਾਈ ਸੰਤ ਸਿੰਘ ਜੀ ਬੈਠੇ ਨੇ, ਭਾਈ ਮਾਨ ਸਿੰਘ ਜੀ ਬੈਠੇ ਨੇ, ਭਾਈ ਦਇਆ ਸਿੰਘ ਜੀ ਪ੍ਰੋਤ ਉਹ ਬੈਠੇ ਨੇ। ਉਹਨਾਂ ਦੇ ਨਾਲ ਜਾ ਕੇ ਉਹਨਾਂ ਨੇ ਵਿਚਾਰ ਕੀਤੀ, ਕਹਿੰਦੇ ਪਾਤਸ਼ਾਹ ਤਾਂ ਮਨ ਬਣਾਈ ਬੈਠੇ ਨੇ ਕਿ ਮੈਦਾਨੇ ਜੰਗ ਦੇ ਵਿੱਚ ਇੱਥੇ ਲੜ ਕੇ ਸ਼ਹੀਦੀ ਪਾਵਾਂਗੇ। ਤੇ ਗੁਰੂ ਕੇ ਸਿੱਖੇ ਸਾਰੇ ਜਣੇ ਇਕੱਠੇ ਹੋ ਕੇ ਜੋ ਪੁੱਛ ਰਹੇ ਨੇ ਭਾਈ ਦਇਆ ਸਿੰਘ ਜੀ ਨੂੰ ਕਿ ਆਪ ਜੀ ਨੇ ਰੋਕਿਆ ਨਹੀਂ? ਕਹਿੰਦੇ ਉਹ ਰੁਕਦੇ ਨਹੀਂ, ਉਹ ਕਹਿੰਦੇ ਅਟਲ ਫੈਸਲਾ ਹੈ। ਤੋ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਜਾਣਾ ਦੂਜੇ ਸਿੱਖ ਵੀ ਸੁਣਦੇ ਨੇ, ਕੁਝ ਚਿੰਤਤ ਹੁੰਦੇ ਨੇ
ਅਤੇ ਜਾ ਕਰਕੇ ਹੁਣ ਭਾਈ ਮਾਨ ਸਿੰਘ ਜੀ ਕਹਿੰਦੇ ਨੇ ਪਾਤਸ਼ਾਹ ਦਾ ਆਖਿਆ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हम करूँ निवास, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਪੰਜਾਂ ਵਿੱਚ ਪਰਮੇਸ਼ਰ ਆਖਿਆ ਹੈ ਅਤੇ ਆਖਦੇ ਨੇ ਕਿ ਪੰਜਾਂ ਦੀ ਗੱਲ ਅਸੀਂ ਮੰਨਾਂਗੇ, ਪੰਜਾਂ ਵਿੱਚ ਪਰਮੇਸ਼ਰ ਵਰਤੇਗਾ। ਹੁਣ ਆਪਾਂ ਜੇ ਇਕੱਲੇ ਇਕੱਲੇ ਜਾਵਾਂਗੇ ਤਾਂ ਗੁਰੂ ਪਾਤਸ਼ਾਹ ਨੂੰ ਰੋਕ ਨਹੀਂ ਸਕਾਂਗੇ। ਜੇ ਹੁਣ ਪੰਜ ਜਾਣੇ ਇਕੱਠੇ ਹੋ ਕੇ ਜਾਈਏ, ਗੁਰੂ ਬੇਨਤੀ ਨਹੀਂ ਮੰਨੇਗਾ, ਹੁਣ ਹੁਕਮ ਦੇਣਾ ਪਏਗਾ। ਗੁਰੂ ਹੁਕਮ ਮੰਨੇਗਾ तो कहते हुण पंज जाने इकट्ठे होके गए, कहते पातशाह आप जी ने आख्या कि खालसा मेरो सज्जन सूरा, खालसा मेरो सतगुर पूरा। पातशाह जी आप जी ने कहा है, आप ही जी बोलने। पातशाह कहते हाँ भाई बोल मेरे ने, तुहाडा हर वचन प्रवान, पर मैं एक वचन की आस करता हाँ कि हुण तुसीं मैनूं हुक्म देओगे कि मैं मैदानी जंग दे विच बहादुरां दे वांग जूझदा होया शहादत दा जाम पीवां। कहते पातशाह मगरों पंथ का की बनेगा? पातशाह कहते पंथ नूं सामभण वाले तुसीं हो। तो सारे जाने एक आवाजे विच कहते ने पातशाह जे असीं सारे जाने बच जाएंगे तो असीं सारे जाने ने बच के पंथ का कुछ नहीं सवारना, असीं कुछ नहीं सवार सकांगे। पर जे एक गुरु गोबिंद सिंह बचता है असीं सारे मर जाते हाँ, तो गुरु गोबिंद सिंह अमृत का वाटा तैयार करके साडी दे लखन तैयार कर लेगा और सातों सारियां तो मिलके एक गुरु गोबिंद सिंह नहीं तैयार होएगा। इसलिए खालसा हुक्म देता है गुरु गोबिंद सिंह नूं कि गुरु गोबिंद सिंह इस जो किले नूं छड्ड के सुरक्षित जगह ते जाणगे, इस मैदानी जंग विच जुड़ के शहीद नहीं होणगे, इहदे विच नहीं लड़नगे। जो इस किले नूं छड्ड के इह गढ़ी नूं छड्ड के सुरक्षित बाहर चले जाएंगे। तो सतगुरु पातशाह जी हुण उन्हां अगे जो कहंदे तो नहीं कि भाई गल गलत है, पर वो कहंदे ने सानू गुरमता करके यही गल सही लगी है, हुण तुहानू ये जो गढ़ी छड्ड के जाना ही पएगा। खालसे का हुक्म मनते हुए भाई दया सिंह जी, धर्म सिंह जी ते मान सिंह जी नूं नाल लैके सतगुरु पातशाह जी ने हुण रात नूं गढ़ी छड्डण दा फैसला कीता है। ਅਤੇ सतगुरु पातशाह जी ने इस तरह ही नहीं कि चुप चपीतियां गढ़ी छड्ड दित्ती है, टिकी रात है जगारा छड्ड के आवाजा दे के कि हिंदे पीर मीर वध, कि हिंद दा पीर जा रहा है, जिहड़ा कोई फड़ना चाहुंदा है फड़ ले। हिंदे पीर मीर वध कहंदे हुए जगारे छड्डदे हुए जो पातशाह जी ने गढ़ी दा दरवाजा खोलिया, बाहर निकले ने भाई दया सिंह, धर्म सिंह ते मान सिंह जी दे नाल, अते सबना नूं आख्या भाई बाहर घमसान छिड़ जाना है, घमसान छिड़ेगा ते उत्थे आपां रुड़ जांगे, कोई नहीं इकट्ठे नहीं रह जाना अपने तो, फलाने तारे की सेहत आ जाना, फलाने तारे की सेहत आके आपां मिल जावांगे। ये आपके पातशाह चल पे इधरों जोगड़बाजे उठते ने, कुछ सुते सन, कुछ जागते सन, कुछ पहरेदार जगा देंदे ने, उस तरह ही उठते ने अपने शस्त्र वस्त्र कोई पहनता है, कोई किवें करता है, अते जो गुरु पातशाह नूं मारन दे लई आ पैंदे ने। पर हुण काली रात है, अंतां दी ठंड है, जो निग दे विचों निकल के आए हुए ने, कुछ धूणियां दे कोले पए, कुछ गर्म कपड़ियां विच लपेटे होए पए सी। कहंदे उवें ही आके मैदाने जंग दे विच हुण पता लग नहीं रिहा कि गुरु है कित्थे, आपस विच ही लड़दे ने ते बेनता मर जांदे ने। ते सतगुरु पातशाह जी उस अपने सिंघां दे नालों भी विछड़दे ने ते इधर बहलोरपुर वल नूं चल पैंदे ने। इधर नूं आउण दा भी पातशाह जी दा एक कारण सी। कारण यह कि जदों आनंदपुरी वसदी सी तां उदों एक मसंद सी जिहड़ा बलोरपुर दा रहण वाला सी, नां सी उहदा पूरन, जो वो गुरु पातशाह जी दे कोले आया करदा सी, घर भेटा लैके जिहड़ी दसवंध दी माया सी वो लैके गुरु पातशाह कोले आउंदा सी ते गुरु पातशाह जी नूं बेनती करिया करदा सी, पातशाह जी किते आप भी किरपा करो जो मेरे गरीब खाने में चरण पाओ, नेड़े रहिंदे हो पातशाह जी हो, आप किरपा करके मेरे घरे चरण पाओ। ते सतगुरु पातशाह जी हस पैंदे सन, हस पैंदे सन, उहदा जवाब कोई नहीं सी दिंदे। जदों कई बारी वो कही गया ते पातशाह जी एक बारी उहनूं कहंदे भाई असीं आवांगे तां सही, जरूर आवांगे,
ਪਰ ਇਹ ਨਾ ਹੋਵੇ ਤੂੰ ਸਾਨੂੰ ਪਛਾਣੀ ਨਾ। ਕਹਿੰਦਾ ਪਾਤਸ਼ਾਹ, ਸੂਰਜ ਪੂਰਬ ਦੀ ਥਾਂ ਪੱਛਮ ਚੋਂ ਉੱਗ ਸਕਦਾ ਹੈ ਪਾਤਸ਼ਾਹ ਜੀ, ਪਰ ਮੈਂ ਤੁਹਾਨੂੰ ਨਾ ਪਛਾਣਾ, ਇਹ ਕਦੇ ਨਹੀਂ ਹੋ ਸਕਦਾ। ਅੱਗ ਠੰਡੀ ਹੋ ਸਕਦੀ ਹੈ, ਜੋ ਪਾਤਸ਼ਾਹ ਮੈਂ ਨਾ ਪਛਾਣਾ, ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਮੇਰੇ ਗੁਰੂ, ਮੈਂ ਤੁਹਾਡਾ ਸਿੱਖ ਹਾਂ। ਸਤਿਗੁਰੂ ਪਾਤਸ਼ਾਹ ਜੀ ਹੋ, ਤੁਸੀਂ ਚਰਨ ਤਾਂ ਪਾਇਓ। ਪਾਤਸ਼ਾਹ ਕਹਿੰਦੇ ਜ਼ਰੂਰ ਆਵਾਂਗੇ, ਪਰ ਪਛਾਣ ਨਹੀਂ। ਤੋ ਪਾਤਸ਼ਾਹ ਜੀ ਉਹ ਵਚਨ ਨੂੰ ਪਗਾਉਂਦੇ ਹੋਏ ਹੁਣ ਉਧਰ ਨੂੰ ਜਾਂਦੇ ਨਹੀਂ। ਵੱਡਾ ਤੜਕਾ ਹੈ, ਪਿੰਡ ਦੇ ਬਾਹਰ ਛੱਪੜ ਹੈ, ਤੇ ਉੱਥੇ ਪਾਤਸ਼ਾਹ ਜੀ 5 ਇਸ਼ਨਾਨਾਂ ਕਰਦੇ ਨੇ ਸਰੀਰ ਦੇ ਉੱਪਰ ਜੋ ਫੱਟ ਲੱਗੇ ਹੋਏ ਨੇ। ਤੇ ਸਤਿਗੁਰੂ 5 ਇਸ਼ਨਾਨਾਂ ਕਰਕੇ ਪੁੱਛਦੇ ਨੇ, ਉੱਥੇ ਇੱਕ ਬ੍ਰਾਹਮਣ ਮਿਲਦਾ ਹੈ। ਪੁੱਛਦੇ ਨੇ, ਭਾਈ ਕਿਹੜਾ ਪਿੰਡ ਹੈ? ਕਹਿੰਦੇ ਬਹਿਲੋਲਪੁਰ। ਪਾਤਸ਼ਾਹ ਕਹਿੰਦੇ ਇੱਥੇ ਇੱਕ ਪੂਰਨ ਨਾਮ ਦਾ ਮਸੰਦ ਰਹਿੰਦਾ, ਉਹਦਾ ਘਰ ਤੂੰ ਜਾਣਦਾ ਹੈ ਤਾਂ ਸਾਨੂੰ ਛੱਡ ਆ। ਉਹ ਗੁਰੂ ਪਾਤਸ਼ਾਹ ਨੂੰ ਉਹਨਾਂ ਦੇ ਘਰੇ ਛੱਡ ਆਉਂਦਾ ਹੈ। ਦਰਵਾਜ਼ਾ ਖੜਕਾਉਂਦੇ ਨੇ ਪਾਤਸ਼ਾਹ, ਤਾਂ ਉਹਦਾ ਇਸ ਤਰ੍ਹਾਂ ਦਾ ਪੋਰਸ਼ਨ ਬਣਾਇਆ ਹੋਇਆ ਸੀ, ਥੱਲੇ ਉਹਦੇ ਪਸ਼ੂ ਹਨ ਰੱਖੇ ਹੋਏ ਸਨ, ਤੇ ਉੱਪਰ ਉਹਦਾ ਆਪਣਾ ਰਹਿਣ ਵਸੇਰਾ ਸੀ। ਤੇ ਉਹਦਾ ਇੱਕ ਸੀਰੀ ਰੱਖਿਆ ਹੋਇਆ ਸੀ ਜਿਹਦਾ ਨਾਂ ਸੀ ਜਿਉਣਾ। ਤੇ ਜਿਉਣਾ ਉਹਨਾਂ ਦੇ ਘਰੇ ਹੀ ਰਹਿੰਦਾ ਸੀ, ਉਹਦਾ ਕੋਈ ਅੱਗਾ ਪਿੱਛਾ ਨਹੀਂ ਸੀ, ਕੋਈ ਪਰਿਵਾਰ ਨਹੀਂ ਸੀ। ਉਹ ਪੂਰਨ ਮਸੰਦ ਦੇ ਘਰ ਹੀ ਰਹਿੰਦਾ ਸੀ। ਜਦੋਂ ਪਾਤਸ਼ਾਹ ਜੀ ਨੇ ਕੁੰਡਾ ਖੜਕਾਇਆ, ਉਹਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਦਾ ਹੈ, ਕੌਣ ਹੋ ਤੁਸੀਂ? ਕਹਿੰਦਾ ਮੈਂ ਗੁਰੂ। ਪਾਤਸ਼ਾਹ ਕਹਿੰਦੇ ਮੈਂ ਸਿੱਖ ਹਾਂ। ਉਹ ਅੰਦਰ ਲੈ ਗਿਆ, ਕਿਉਂਕਿ ਅੱਗੇ ਵੀ ਸਿੱਖ ਆਉਂਦੇ ਰਹਿੰਦੇ ਨੇ ਗੁਰੂ ਕੇ। ਤੇ ਜਾ ਕਰਕੇ ਆਪਣੇ ਮੰਜੇ ਦੇ ਉੱਪਰ ਹੀ ਉਹਨੇ ਗੁਰੂ ਪਾਤਸ਼ਾਹ ਜੀ ਨੂੰ ਬਿਠਾ ਲਿਆ, ਅਤੇ ਜੋ ਉਹਦੇ ਪਾਸ ਥੋੜੀ ਜਿਹੀ ਅੱਗ ਸੀ ਜੋ ਸੁਲਗ ਰਹੀ ਸੀ, ਉਹਨੇ ਉਸ ਅੱਗ ਨੂੰ ਹੋਰ ਥੋੜਾ ਜਿਹਾ ਪ੍ਰਚੰਡ ਕੀਤਾ, ਅੱਗ ਨੂੰ ਬਾਲਿਆ, ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਉਹ ਅੱਗ ਨੂੰ ਰੱਖਦਾ ਹੈ। ਤੇ ਅੱਗ ਨੂੰ ਰੱਖ ਕੇ ਗੁਰੂ ਪਾਤਸ਼ਾਹ ਜੀ ਦਾ ਚਿਹਰਾ ਜਦੋਂ ਦੇਖਦਾ ਹੈ ਅੱਗ ਦੇ ਵਿੱਚ, ਦੀ ਕਹਿੰਦਾ ਅੱਗੇ ਵੀ ਸਿੱਖ ਆਉਂਦੇ ਨੇ, ਪਰ ਇੰਨਾ ਜੋ ਜਲਾਲ ਕਿਸੇ ਚਿਹਰੇ ਦੇ ਉੱਪਰ ਨਹੀਂ ਦੇਖਿਆ। ਕਹਿੰਦਾ ਤੁਹਾਡਾ ਨਾਂ ਕੀ ਹੈ? ਪਾਤਸ਼ਾਹ ਕਹਿੰਦੇ ਮੇਰਾ ਨਾਂ ਗੋਬਿੰਦ ਸਿੰਘ ਹੈ। ਜਦੋਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ, ਤੋ ਕਹਿੰਦਾ ਕਹਿੰਦੇ ਆਨੰਦਪੁਰ ਵਾਲੇ ਗੁਰੂ ਤੋਂ ਨਹੀਂ, ਆਨੰਦਪੁਰ ਵਾਲੇ ਗੁਰੂ ਵੀ ਗੁਰੂ ਗੋਬਿੰਦ ਸਿੰਘ ਜੀ ਨੇ, ਕਿਤੇ ਉਹ ਤੋਂ ਨਹੀਂ। ਪਾਤਸ਼ਾਹ ਕਹਿੰਦੇ ਹਾਂ ਠੀਕ ਪਛਾਣਿਆ, ਮੈਂ ਉਹੀ ਹਾਂ। ਕਹਿੰਦੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਮੈਂ ਆਨੰਦਪੁਰ ਵਾਲਾ ਗੁਰੂ ਤੋਂ ਜਿਉਣੇ ਨਹੀਂ ਕਰਨਾ, ਨੂੰ ਹੱਥ ਲਾਏ, ਪਾਤਸ਼ਾਹ ਦੇ ਪੈਰਾਂ ਤੇ ਡਿੱਗ ਪਿਆ। ਕਹਿੰਦਾ ਪਾਤਸ਼ਾਹ ਮੈਨੂੰ ਤਾਂ ਆਪਣੀ ਅਵੱਗਿਆ ਹੋ ਗਈ, ਮੈਂ ਤਾਂ ਆਪਦੇ ਮਿਸਤਰੀ ਤੇ ਤੁਹਾਨੂੰ ਬਿਠਾ ਲਿਆ, ਬਹੁਤ ਵੱਡੀ ਗਲਤੀ ਹੋ ਗਈ ਦਾਤਾ ਜੀ, ਮੈਨੂੰ ਮਾਫ ਕਰੋ, ਮੈਂ ਤੁਹਾਨੂੰ ਜਾਣਿਆ ਨਹੀਂ, ਪਛਾਣਿਆ ਨਹੀਂ, ਕਿਰਪਾ ਕਰੋ, ਮਾਫੀ ਬਖਸ਼ੋ। ਪਾਤਸ਼ਾਹ ਕਹਿੰਦੇ ਭਾਈ ਕੋਈ ਨਾ, ਤੂੰ ਵੀ ਤਾਂ ਸਾਡੇ ਵਰਗਾ ਬੰਦਾ ਹੈ, ਕੋਈ ਗੱਲ ਨਹੀਂ ਹੈ। ਜਿਉਣਾ ਜੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਕਹਿੰਦਾ ਪਾਤਸ਼ਾਹ ਸੇਵਾ ਤੋਂ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਪੂਰਨ ਕਿੱਥੇ ਹੈ? ਕਹਿੰਦੇ ਪਾਤਸ਼ਾਹ ਉਹ ਤਾਂ ਜੇ ਸੁੱਤਾ ਪਿਆ ਹੈ। ਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖ ਦਾ ਕਾਰਜ ਕੀ ਹੈ? ਜਿਹੜਾ ਗੁਰੂ ਦਾ ਸਿੱਖ ਖਾਉਂਦਾ ਹੈ ਉਹਦਾ ਤਾਂ ਕੰਮ ਹੀ ਇਹ ਹੈ, ਰੁਟੀਨ ਹੀ ਇਹ ਹੈ ਕਿ ਗੁਰ ਸਤਿਗੁਰੂ ਦਾ ਜੋ ਸਿੱਖ ਅਖਾਏ ਸੋ ਭਰ ਕੇ ਉਠ ਹਰ ਨਾਮ ਤੇ ਆਵੇ, ਅੰਮ੍ਰਿਤ ਵੇਲਾ ਸਾਂਭੇ। ਤੇ ਇਹ ਮੁਖੀ ਸਿੱਖ ਹੁੰਦਾ ਪਿਆ, ਆਮ ਹੋਏ ਤਾਂ ਵੀ ਮੰਨ ਲਈਏ ਇਹ ਤਾਂ ਮੁਖੀ ਹੈ, ਮਸੰਦ ਹੈ, ਅਜੇ ਸੁੱਤਾ ਪਿਆ। ਕਹਿੰਦਾ ਪਾਤਸ਼ਾਹ ਗਲਤੀ ਦੀ ਮਾਫੀ ਬਖਸ਼ੋ, ਮੈਂ ਹੁਣੀ ਠਾਉਣਾ। ਕਹਿੰਦੇ ਉਸੇ ਵਕਤ ਛਾਲਾਂ ਮਾਰਦਾ ਪੌੜੀਆਂ ਚੜਿਆ ਹੈ, ਤੇ ਜਾ ਕਰਕੇ ਜ਼ੋਰ ਜ਼ੋਰ ਤੇ ਦਰਵਾਜ਼ਾ ਭੰਨ ਰਿਹਾ ਹੈ। ਕਹਿੰਦਾ ਪੂਰਨਾ ਉੱਠ ਕਰ ਤੇਰੇ ਭਾਗ ਜਾਗ ਪਏ। ਜਿਨ੍ਹਾਂ ਦੀ ਉਡੀਕ ਵੱਡੇ ਵੱਡੇ ਜੋ ਰਾਜੇ ਮਹਾਰਾਜੇ ਕਰਦੇ ਨੇ, ਉਹ ਅੱਜ ਤੇਰੇ ਬੂਹੇ ਤੇ ਆ ਗਏ ਨੇ। ਜਿਨ੍ਹਾਂ ਦੇ ਵਿਦਾਰਿਆਂ ਨੂੰ ਲੋਕ ਤਰਸਦੇ ਰਹਿੰਦੇ ਨੇ, ਉਹ ਘਰੇ ਆ ਕੇ ਤੈਨੂੰ ਦਰਸ਼ਨ ਦੇਣ ਲਈ ਆ ਗਿਆ ਹੈ। ਤੂੰ ਛੇਤੀ ਦਰਵਾਜ਼ਾ ਖੋਲ। ਤੋ ਪੂਰਨ ਅੱਖਾਂ ਮਲਦਾ ਹੋਇਆ ਦਰਵਾਜ਼ਾ ਖੋਲ੍ਹਦਾ। ਕਹਿੰਦਾ ਕੀ ਗੱਲ ਹੈ? ਅੱਧੀ ਰਾਤ ਨੂੰ ਰੌਲਾ ਪਾਇਆ, ਕੀ ਹੋਇਆ ਹੈ? ਕਹਿੰਦਾ ਤੇਰੇ ਭਾਗ ਖੁੱਲ ਗਏ, ਛੇਤੀ ਚੱਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰੇ ਘਰੇ ਆ ਗਏ, ਜਾ ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਪਾ, ਆਪਣੀ ਭੁੱਲ ਦੀ ਖਿਮਾ ਬਖਸ਼ਾ, ਅੰਮ੍ਰਿਤ ਵੇਲਾ ਹੋ ਗਿਆ, ਜਾਗ ਪਾ। ਕਹਿੰਦੇ ਜਦੋਂ ਇੰਨੀ ਗੱਲ ਸੁਣੀ ਕਿ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਤੋ ਕਹਿੰਦਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ? ਆਨੰਦਪੁਰ ਉਜਾੜ ਦਿੱਤਾ ਹਕੂਮਤ ਨੇ, ਹੁਣ ਇੱਥੇ ਆ ਗਏ ਨੇ, ਛੇਤੀ ਜਾ ਤੇ ਉਹਨਾਂ ਨੂੰ ਕਹਿ ਜਾ ਪੂਰਨ ਘਰੇ ਨਹੀਂ। ਜਦੋਂ ਲੋੜ ਹੋਏਗੀ ਮੈਂ ਆਪੇ ਆ ਜਾਵਾਂਗਾ ਦਰਸ਼ਨ ਕਰਨ ਦੇ ਲਈ, ਮੈਨੂੰ ਨਹੀਂ ਉਹਨਾਂ ਦੇ ਦਰਸ਼ਨ ਚਾਹੀਦੇ, ਉਹ ਚਲੇ ਜਾਣ। ਇਹਨਾਂ ਕਹਿ ਕੇ ਬਾਹਰ ਲਾ ਲਿਆ ਤੇ ਜਿਉਣਾ ਉਹਨੂੰ ਲਾਹਨਤਾਂ ਪਾ ਰਿਹਾ ਹੈ। ਕਹਿੰਦਾ ਉਹ ਤੇਰੇ ਕੋਲੇ ਹੈ ਕੀ ਸੀ
ਗੁਰੂ ਪਾਤਸ਼ਾਹ ਦੀ ਦਸਵੰਧ ਦੀ ਭੇਟਾ ਦੇ ਵਿੱਚ ਤੂੰ ਕੁੰਡੀ ਲਾ ਲਾ ਕੇ ਦਾ ਮਹਿਲ ਖੜਾ ਕਰੀ ਫਿਰਦਾ ਹੈ, ਤੇ ਜਿਹੜੇ ਗੁਰੂ ਦਾ ਦਿੱਤਾ ਹੋਇਆ ਸਾਰਾ ਕੁਝ ਤੂੰ ਛਕਾ ਰਿਹਾ ਹੈ, ਉਹਨੂੰ ਹੀ ਤੂੰ ਘਰੇ ਨਹੀਂ ਵੜਨ ਦੇ ਰਿਹਾ, ਉਹਨੂੰ ਹੀ ਕਹਿ ਰਿਹਾ ਹੈ ਘਰੋਂ ਚਲਿਆ ਜਾ, ਤੇ ਜਦੋਂ ਲੋੜ ਹੋਏਗੀ ਆ ਜਾਊਗਾ। ਕਹਿੰਦਾ ਤੈਨੂੰ ਬਾਲੀਆਂ ਮੱਤਾਂ ਦਿੰਦਾ ਹੈ, ਜੇ ਤੂੰ ਵੀ ਜਾਣਾ ਚਾਹੁੰਦਾ ਹੈ ਤੂੰ ਵੀ ਚਲਾ ਜਾ, ਜੇ ਤੈਨੂੰ ਗੁਰੂ ਦਾ ਬਾਹਲਾ ਪਿਆਰ ਆਉਂਦਾ ਤੂੰ ਵੀ ਚਲਾ ਜਾ ਉਹਦੇ ਨਾਲ ਹੀ। ਇਸ ਤਰ੍ਹਾਂ ਕਹਿ ਕੇ ਵਾਰਤਾ ਰਿਹਾ, ਤੇ ਹੁਣ ਉਹੀ ਜਿਉਣਾ ਜਿਹੜਾ ਛਾਲਾ ਮਾਰਦਾ ਉੱਪਰ ਨੂੰ ਗਿਆ ਸੀ ਕਿ ਮੈਂ ਛੇਤੀ ਜਾਣਾ, ਤੇ ਪੂਰਨ ਬੜਾ ਖੁਸ਼ ਹੋਏਗਾ, ਮੈਨੂੰ ਵੀ ਗਲਵੱਕੜੀ ਚਲਾਏਗਾ, ਗੁਰੂ ਜੀ ਦੇ ਵੀ ਚਰਨਾਂ ਤੇ ਢਹਿ ਪਏਗਾ, ਬੜਾ ਖੁਸ਼ੀ ਹੋਏਗਾ ਕਿ ਮੇਰਾ ਗੁਰੂ ਮੇਰੇ ਘਰੇ ਆਇਆ ਹੈ। ਕਹਿੰਦਾ ਉਹਦੀ ਜਿਹੜੀ ਤਮੰਨਾ ਸੀ ਕਿ ਇਸ ਤਰ੍ਹਾਂ ਆਵੇਗਾ ਉਹ ਬਿਲਕੁਲ ਹੀ ਉਲਟ ਹੋ ਗਈ। ਉਹਨੇ ਤਾਂ ਕਹਿ ਦਿੱਤਾ ਗੁਰੂ ਨੂੰ ਵੀ ਘਰੋਂ ਕੱਢ ਦੇ, ਤੂੰ ਵੀ ਚਲਾ ਜਾ ਕੇ ਜਿਆਦਾ ਪ੍ਰੇਮ ਆਉਂਦਾ ਹੈ। ਹੁਣ ਜਿਉਣਾ ਥੱਲੇ ਨੂੰ ਆਤਾ ਰਿਹਾ ਹੈ ਪਰ ਕਦਮ ਨਹੀਂ ਉਠਾਏ ਜਾਂਦੇ ਕਿ ਗੁਰੂ ਜੀ ਨੂੰ ਮੈਂ ਕਵਾਂਗਾ ਕੀ ਜਾ ਕੇ। ਹੌਲੀ ਹੌਲੀ ਜਾਂਦਾ ਹੈ, ਅੱਖਾਂ ਵਿੱਚ ਨੀਰ ਭਰਿਆ ਹੋਇਆ ਹੈ, ਜਾ ਕੇ ਕੋਲੇ ਖੜੋ ਜਾਂਦਾ ਹੈ ਤੇ ਪਾਤਸ਼ਾਹ ਹੱਸਦੇ ਨੇ। ਗੁਰੂ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ ਭਾਈ ਅਸੀਂ ਆਉਣਾ ਇੱਧਰ ਲੈਣ ਕੀ ਸੀ, ਸਾਨੂੰ ਇੱਧਰ ਆਉਣ ਦਾ ਕੋਈ ਪ੍ਰਯੋਜਨ ਨਹੀਂ ਸੀ, ਪਰ ਇਹਦੇ ਮਨ ਦੀ ਇੱਛਾ ਸੀ। ਇਹ ਕਹਿੰਦਾ ਸੀ ਮੇਰੇ ਘਰੇ ਚਰਨ ਪਾਇਓ, ਮੈਂ ਇਹਨੂੰ ਆਖਿਆ ਸੀ ਮੈਂ ਆਵਾਂਗਾ ਤੂੰ ਪਛਾਣਨਾ ਨਹੀਂ, ਤੇ ਇਹ ਕਹਿੰਦਾ ਸੀ ਸੂਰਜ ਪੱਛਮ ਚੋਂ ਚੜ੍ਹ ਸਕਦਾ ਮੈਂ ਪਛਾਣਾ ਨਾ, ਇਹ ਨਹੀਂ ਹੋ ਸਕਦਾ। ਕਹਿੰਦੇ ਅਸੀਂ ਤਾਂ ਉਸ ਬਚਨ ਦੀ ਲਾਜ ਦੇ ਲਈ ਆਏ ਸੀ, ਤੇ ਜਿਉਣਿਆ ਤੈਨੂੰ ਕਹਿਣ ਦੀ ਵੀ ਕੁਝ ਲੋੜ ਨਹੀਂ ਹੈ, ਮੈਂ ਸਾਰਾ ਕੁਝ ਸੁਣ ਲਿਆ ਹੈ। ਬਾਕੀ ਮੇਰੇ ਪਿਤਾ ਜੀ ਤੋਂ ਪਹਿਲਾਂ ਆਖ ਗਏ ਨੇ ਕਿ ਸੁਖ ਮਿਆਨ ਬਹੁਤ ਮਿਲ ਬੈਠ ਕਰੇ ਤੇ ਚਾਹੁੰ ਦਿਸ ਕੀ ਰਹਿ, ਵਿਪਤ ਪਰੀ ਸਭ ਵੀ ਸੰਗ ਛਾੜਤ ਕੋ ਨਾ ਆਵਤ ਨਹੀਂ ਰਹਿ। ਸੁਖ ਦੇ ਸੰਗੀ ਨੇ ਸਾਰੇ, ਜਦੋਂ ਵਿਪਤਾ ਪੈ ਜਾਂਦੀ ਹੈ ਫਿਰ ਕੋ ਨਾ ਆਵਤ ਨਹੀਂ ਰਹਿ, ਕੋਈ ਨੇੜੇ ਨਹੀਂ ਹੁੰਦਾ ਹੈ। ਕਹਿੰਦੇ ਹੁਣ ਜਿਉਣਾ ਦੁਖੀ ਹੈ, ਰੋ ਰਿਹਾ ਹੈ, ਪਰ ਕਹਿੰਦਾ ਪਾਤਸ਼ਾਹ ਮੈਂ ਅੱਜ ਤੱਕ ਰੱਬ ਤੋਂ ਕੁਝ ਨਹੀਂ ਮੰਗਿਆ ਤੇ ਰੱਬ ਨੂੰ ਕਿਤੇ ਕੋਈ ਉਲਾਂਭਾ ਵੀ ਨਹੀਂ ਦਿੱਤਾ, ਤੇ ਅੱਜ ਮੈਂ ਰੱਬ ਨੂੰ ਉਲਾਂਭਾ ਦੇਣਾ। ਮੇਰੇ ਕੋਲੇ ਕੁਝ ਵੀ ਨਹੀਂ ਤੇ ਮੇਰਾ ਕੋਈ ਵੀ ਨਹੀਂ, ਤੇ ਮੇਰੇ ਕੋਲੇ ਆਪਣਾ ਘਰ ਵੀ ਨਹੀਂ। ਪਾਤਸ਼ਾਹ ਜੇ ਮੇਰੇ ਕੋਲੇ ਆਪਦਾ ਘਰ ਵੀ ਹੁੰਦਾ ਮੈਂ ਤੈਨੂੰ ਉੱਥੇ ਲੈ ਜਾਂਦਾ, ਪਰ ਕਰਾਂ ਕੀ, ਮੈਂ ਛਪਰੀ ਵੀ ਨਹੀਂ ਪਾਈ ਹੋਈ, ਮੈਂ ਤੇਰੀ ਹੋਰ ਕੋਈ ਸੇਵਾ ਤਾਂ ਨਹੀਂ ਕਰ ਸਕਦਾ, ਪਰ ਪਾਤਸ਼ਾਹ ਇੱਕ ਕਿਰਪਾ ਮੇਰੇ ਤੇ ਕਰ। ਕਹਿੰਦੇ ਉੱਥੇ ਇੱਕ ਟਿੰਡ ਪਈ ਸੀ, ਉਸ ਟਿੰਡ ਦੇ ਵਿੱਚ ਉਹਨੇ ਜੋ ਅੱਗ ਪਾਈ, ਉਹ ਅੰਗੀਠੀ ਦੇ ਵਿੱਚੋਂ ਜਿਹੜੀ ਉਹ ਸੇਕ ਰਿਹਾ ਸੀ, ਪਾਤਸ਼ਾਹ ਸੇਕ ਰਹੇ ਸਨ। ਇਹਨਾਂ ਪਾਤਸ਼ਾਹ ਜੀ ਤੁਸੀਂ ਇੱਥੇ ਨਾ ਰਹੋ, ਜੋ ਸਿਪਾਹੀ ਆਉਣਗੇ ਇੱਥੇ ਤੁਸੀਂ ਛੇਤੀ ਫੜੇ ਜਾਓਗੇ, ਹੋ ਸਕਦਾ ਹੈ ਪੂਰਨੀ ਫੜਾ ਦੇਵੇ। ਪਾਤਸ਼ਾਹ ਤੁਸੀਂ ਇੱਥੋਂ ਚਲੇ ਜਾਓ ਕਿ ਟਿੰਡ ਦੇ ਵਿੱਚ ਮੈਂ ਅੱਗ ਪਾ ਕੇ ਦੇ ਰਿਹਾ ਹਾਂ, ਹੋਰ ਤਾਂ ਮੇਰੇ ਕੋਲ ਕੋਈ ਚੀਜ਼ ਨਹੀਂ ਹੈ, ਠੰਡ ਬਹੁਤ ਜ਼ਿਆਦਾ ਹੈ, ਤੇ ਪਾਤਸ਼ਾਹ ਜੀ ਆਪ ਜੀ ਦੇ ਫੱਟ ਵੀ ਲੱਗੇ ਹੋਏ ਨੇ, ਤੇ ਜਦੋਂ ਇਹ ਠਰ ਗਏ ਤੁਹਾਤੋਂ ਚੱਲਿਆ ਫਿਰ ਵੀ ਨਹੀਂ ਜਾਣਾ। ਤੇ ਸਤਿਗੁਰੂ ਪਾਤਸ਼ਾਹ ਜੀ ਆ ਅੱਗ ਹੈ ਮੈਂ ਟਿੰਡ ਵਿੱਚ ਪਾ ਕੇ ਦਿੱਤੀ, ਇਹ ਇੰਨੀ ਕੁ ਸੇਵਾ ਮਨਜ਼ੂਰ ਕਰੋ, ਜਿੰਨਾ ਚਿਰ ਸੇਕ ਆਉਂਦਾ ਰਹੇਗਾ ਉਹਨਾਂ ਚਿਰ ਤੁਸੀਂ ਕੁਝ ਜੋ ਆਨੰਦ ਵਿੱਚ ਰਹੋਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਸਿਰ ਦੇ ਉੱਪਰ ਹੱਥ ਰੱਖਿਆ ਤੇ ਆਖਦੇ ਨੇ ਜਿਉਣੇ ਤੂੰ ਨਿਹਾਲ ਹੋਇਆ ਭਾਈ। ਉਹਨੂੰ ਇਹ ਬਚਨ ਕਰਕੇ ਪਾਤਸ਼ਾਹ ਜੀ ਉਹ ਟਿੰਡ ਲੈ ਕੇ ਅੱਗ ਵਾਲੀ ਅਤੇ ਜਾ ਵੜਦੇ ਨੇ, ਫਿਰ ਜਾਂਦੇ ਨੇ ਮਾਛੀਵਾੜੇ ਵੱਲ, ਤੇ ਉੱਥੇ ਇਸੇ ਟਿੰਡ ਦਾ ਸਰਾਣਾ ਲਾ ਕੇ ਪਾਤਸ਼ਾਹ ਜੀ ਸੌਂਦੇ ਨੇ। ਤੇ ਇੱਥੇ ਹੀ ਫਿਰ ਜੋ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਇਹਨਾਂ ਦੇ ਨਾਲ ਜੋ ਗੁਰੂ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ ਹੈ। ਇੱਥੇ ਇੱਕ ਹੋਰ ਘਟਨਾ ਵਾਪਰਦੀ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਉਥੋਂ ਨਿਕਲੇ ਸਨ ਤਾਂ ਐਲਾਨ ਕਰ ਦਿੱਤਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਜਿਉਂਦਾ ਜਾਂ ਮੁਰਦਾ ਗ੍ਰਿਫਤਾਰ ਕਰਵਾਏ ਉਹਨੂੰ ਨਾਮ ਮਿਲੇਗਾ। ਤੇ ਇੱਥੇ ਇੱਕ ਜੋ ਕਿ ਮੱਝੀਆਂ ਚਾਰਨ ਵਾਲੇ ਨੇ ਉਹ ਮਿਲ ਜਾਂਦੇ ਨੇ ਤੇ ਪਛਾਣ ਲੈਂਦੇ ਨੇ ਗੁਰੂ ਜੀ ਨੂੰ, ਤੇ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਤੈਨੂੰ ਹੁਣ ਫੜਾਉਣਾ ਹੈ, ਅਸੀਂ ਨਾਮ ਲਵਾਂਗੇ। ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੇ ਉਦੋਂ ਕਹਿੰਦੇ ਇੱਕ ਖੰਜਰ ਸੀ, ਖੰਜਰ ਦੇ ਉੱਪਰ ਕਾਫੀ ਮਾਤਰਾ ਦੇ ਵਿੱਚ ਉਹਦੇ ਮੁੱਠੇ ਦੇ ਨਾਲ ਸੋਨਾ ਲੱਗਿਆ ਹੋਇਆ ਸੀ। ਤੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਨੇ ਭਾਈ ਐਵੇਂ ਕਿਉਂ ਤੁਸੀਂ ਜੋ ਲਾਲਚ ਵਿੱਚ ਆ ਕਰਕੇ ਸਾਨੂੰ ਫੜਾਉਣਾ ਚਾਹੁੰਦੇ ਹੋ, ਤੁਹਾਨੂੰ ਪੈਸੇ ਚਾਹੀਦੇ ਨੇ, ਸੋਨਾ ਚਾਹੀਦਾ, ਆਹ ਖੰਜਰ ਲੈ ਲਓ ਅਤੇ ਆਪਣੇ ਰਾਹੇ ਪਾਓ ਤੇ ਸਾਨੂੰ ਜਾਣ ਦਿਓ। ਕਹਿੰਦੇ ਉਹਨਾਂ ਨੇ ਉਹ ਖੰਜਰ ਵੀ ਲੈ ਲਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਫਿਰ ਵੀ ਫੜਾਉਣ ਦੇ ਲਈ ਕਹਿੰਦੇ ਖੰਜਰ ਵੀ ਇਹ ਵੀ ਲੈ ਲਿਆ ਹੈ, ਹੁਣ ਤੇਰੇ ਸਿਰ ਤੇ ਜਿਹੜਾ ਇਨਾਮ ਹੈ ਉਹ ਵੀ ਲਵਾਂਗੇ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਅਸੀਂ ਨਹੀਂ ਸੀ ਚਾਹੁੰਦੇ,
ਪਰ ਤੁਸੀਂ ਸਾਨੂੰ ਮਜਬੂਰ ਕਰ ਦਿੱਤਾ ਹੈ। ਫਿਰ ਪਾਤਸ਼ਾਹ ਸ਼ਮਸ਼ੀਰ ਕੱਢਦੇ ਨੇ ਤੇ ਇੱਕੋ ਵਾਰ ਦੇ ਨਾਲ ਉਸ ਨੂੰ ਵੀ ਝਟਕਾ ਦਿੰਦੇ ਨੇ ਤੇ ਉਹਦਾ ਲਾਲਚ, ਉਹਦਾ ਕਾਲ ਹੋ ਨਿਬੜਦਾ ਹੈ। ਫਿਰ ਪਾਤਸ਼ਾਹ ਜੀ ਇਸ ਖੂਹ ਤੇ ਜਾਂਦੇ ਨੇ, ਜਿਹੜਾ ਗੁਲਾਬੇ ਪੰਜਾਬੀ ਦਾ ਖੂਹ ਹੈ। ਉੱਥੇ ਜਾ ਕਰਕੇ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਜ਼ਖਮ ਨੇ ਸਨ, ਗੁਰੂ ਪਾਤਸ਼ਾਹ ਜੀ ਦੇ ਵਸਤਰ ਸਰੀਰ ਦੇ ਨਾਲ ਚੁੰਬੜ ਗਏ ਸਨ, ਲੋਹ ਨਿਕਲ ਕੇ ਜੋ ਚਿੰਬੜੇ ਹੋਏ ਸਨ, ਤੁਰਿਆ ਵੀ ਨਹੀਂ ਸੀ ਪਾਤਸ਼ਾਹ ਜੀ ਤੋਂ ਜਾ ਰਿਹਾ। ਤੇ ਭਾਈ ਮਾਨ ਸਿੰਘ ਜੀ ਚੁੱਕ ਕੇ ਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਜਾਂਦੇ ਨੇ ਤੇ ਉੱਥੇ ਹੀ ਗੁਲਾਬੇ ਪੰਜਾਬੇ ਦੇ ਖੂਹ ਤੇ ਪਾਤਸ਼ਾਹ ਜੀ ਨੂੰ ਦੁੱਧ ਭੇਟਾ ਕਰਦੇ ਨੇ ਗੁਲਾਬਾ ਪੰਜਾਬਾ। ਤੇ ਇੱਥੋਂ ਗੁਰੂ ਪਾਤਸ਼ਾਹ ਜੀ ਜਿੱਥੇ ਬਹਿ ਕੇ ਜੋ ਸਿਮਰਨ ਕਰਦੇ ਨੇ, ਨਿਤਨੇਮ ਸੁਣਦੇ ਨੇ ਜੋ ਭਾਈ ਦਇਆ ਸਿੰਘ ਜੀ ਹੋਰਾਂ ਤੋਂ, ਫਿਰ ਇੱਥੇ ਗੁਲਾਬੇ ਪੰਜਾਬੇ ਦੇ ਰਹਿੰਦੇ ਨੇ। ਜੋ ਘਰ ਦੇ ਵਿੱਚ ਇਹ ਵੀ ਡਰ ਜਾਂਦੇ ਨੇ, ਜੋ ਲੰਬੀਰਾ ਇਤਿਹਾਸ ਹੈ, ਫਿਰ ਪਾਤਸ਼ਾਹ ਇੱਥੋਂ ਚੱਲਦੇ ਹੋਏ ਰਾਏ ਇਕੱਲੇ ਦੇ ਪਾਸ ਜਾਂਦੇ ਨੇ ਅਤੇ ਜੋ ਉਹਨਾਂ ਤੋਂ ਫਿਰ ਪੁੱਛਦੇ ਨੇ ਕਿ ਸਾਡੇ ਛੋਟੇ ਫਰਜ਼ੰਦਾ ਦੇ ਨਾਲ ਕੀ ਬੀਤੀ ਹੈ, ਜੋ ਕੀ ਬੀਤਿਆ ਹੈ ਉਹਨਾਂ ਦੇ ਨਾਲ। ਤੇ ਉਹ ਜਿਹੜੀ ਵਿਥਿਆ ਫਿਰ ਨੂਰਾ ਮਾਹੀ ਸਾਰੀ ਲਿਆ ਕੇ ਦੱਸਦਾ ਹੈ ਕਿ ਕਿਸ ਤਰ੍ਹਾਂ ਹੋਇਆ ਛੋਟੇ ਸਾਹਿਬਜ਼ਾਦਿਆਂ ਦੇ ਨਾਲ, ਕਿਵੇਂ ਹੋਈ। ਉਹ ਜੋ ਵਿਥਿਆ ਹੈ ਆਪਾਂ ਆਉਣ ਵਾਲੇ ਦਿਨਾਂ ਵਿੱਚ ਜੋ ਉਸ ਬਾਰੇ ਸੰਖੇਪ ਦੇ ਵਿੱਚ ਜੋ ਵਿਚਾਰ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਕੀਰਤਨ ਵਿਚਾਰਨ ਕਰਦੇ ਹਾਂ, ਬੇਅੰਤ ਕਿਸਮ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਪਾਤਸ਼ਾਹ ਜੀ ਅਤੇ ਪਾਤਸ਼ਾਹ ਜੀ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਆਪਾਂ 5 ਮਿੰਟ ਸਿਮਰਨ ਕਰਕੇ ਉਪਰੰਤ ਸਮਾਪਤੀ ਕਰਾਂਗੇ ਜੀ। ਵਾਹਿਗੁਰੂ 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 ਵਾਹਿਗੁਰੂ
ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਹੋ ਹਰਿ ਨਾਮੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਦਨ ਗਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਹੋ ਹਰਿ ਨਾਮੀ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਹੈ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸਭ ਹੋਈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਸੱਚੇ ਸ਼ਬਦ ਬਣੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਹੈ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਵਾਈਆਂ ਕਰ ਸ਼ਾਂਤ ਸੁਖਮਾ ਲਿਆਇ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੁਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਦਿਤਕਾਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੀ ਫਲਾ ਜਿਤ ਕਰਤਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਠ ਕਮਾਰਿਆ ਦੁਰ ਕਰਮ ਪਾਇਆ ਕੋਸੀ ਨਾਮ ਹਰਿ ਕੇ ਲਾਗੀ ਕਹੇ ਨਾਨਕ ਕੈ ਸੁਖੋ ਆਦਿਤ ਕਰੇ ਅਨੰਦ ਬਾਜੀ ਅੰਡ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਰੂਪ ਰੋਗ ਸੰਨਾ ਆਪੇ ਸੋਈ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਵਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਨਿਰਸਰਾਤ ਦੁਇਦਾਈ ਕਾਇਆ ਕਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾ